ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕੱਲ ਦੇ ਸੈਸ਼ਨ ਦੇ ਵਿੱਚ ਅਸਾਂ ਨੇ ਸ਼ਲੋਕ ਸਹਿਸਕ੍ਰਿਤੀ 2 ਸ਼ਲੋਕਾਂ ਦੀ ਵਿਚਾਰ ਸਰਵਨ ਕੀਤੀ ਸੀ। ਆਓ ਇਸ ਤੋਂ ਅਗਲੀ ਵਿਚਾਰ ਅੱਜ ਦੇ ਸੈਸ਼ਨ ਵਿੱਚ ਅਸੀਂ ਆਰੰਭ ਕਰੀਏ। ਤੀਸਰੇ ਸ਼ਲੋਕ ਤੋਂ ਵਿਚਾਰਾਂ ਨਾਲ ਜੁੜੀਏ ਜੀ। ਸਤਿਗੁਰੂ ਜੀ ਦੇ ਬਚਨ ਹਨ। ਮਿਥਯੰਤ ਦੇਹੰ ਖੀਣੰਤ ਬਲਨੰ ਵਰਧੰਤ ਜਰੁਆ ਹਿਤਯੰਤ ਮਾਇਆ ਅਤਯੰਤ ਆਸਾ ਆਥਿਤਯ ਭਵਨੰ ਗਨੰਤ ਸਵਾਸਾ ਭਿਆਨ ਧਰਮੰ ਪਤੰਤ ਮੋਹ ਕੂਪ ਦੁਰਲਭਯ ਦੇਹੰ ਤਤ ਆਸ਼ਰਯੰ ਨਾਨਕ ਗੋਬਿੰਦ 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 ਗੋਪਾਲ ਕਿਰਪਾ। ਸੋ ਤੀਜੇ ਸ਼ਲੋਕ ਦੀ ਪਹਿਲੀ ਪੰਕਤੀ ਮਿਥਯੰਤ ਦੇਹੰ ਖੀਣੰਤ ਬਲਨੰ। ਉਚਾਰਨ ਸੇਧ ਮਿਥਯੰਤ। ਥੱਥੇ ਦੇ ਪੈਰ ਦੇ ਵਿੱਚ ਯਈਆ ਪਿਆ ਹੈ, ਇਸ ਕਰਕੇ ਉਚਾਰਨ ਹੋਵੇਗਾ ਮਿਥਯੰਤ। ਮਿਥਯੰਤ ਦੇਹੰ ਭਾਵ ਸਰੀਰ ਦੇਹੀ ਨਾਸ਼ਵੰਤ ਹੈ, ਮਿਥਿਆ ਹੈ। ਕੁਝ ਸਮੇਂ ਵਾਸਤੇ ਇਹ ਸਰੀਰ ਸਾਨੂੰ ਪ੍ਰਾਪਤ ਹੋਇਆ ਹੈ। ਜਿਤਨੀ ਮਿਆਦ ਇਸ ਸਰੀਰ ਦੀ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ। ਉਤਨੇ ਕੁ ਸਮੇਂ ਦੇ ਲਈ ਇਹ ਸਰੀਰ ਇਸ ਸੰਸਾਰ ਵਿੱਚ ਕਾਇਮ ਰਹੇਗਾ। ਜਿਸ ਦਿਨ ਪ੍ਰਮਾਤਮਾ ਦਾ ਹੁਕਮ ਆ ਗਿਆ, ਕੱਲੇ ਆਵੇਂ ਨਾਨਕਾ ਭੇਜਦਾ ਹੈ ਤੇ ਜੀਵ ਆਉਂਦੇ ਹਨ, ਸੱਦੇ ਉੱਠੀ ਜਾਹੇ। ਜਿਸ ਵੇਲੇ ਪ੍ਰਮਾਤਮਾ ਸੱਦਦਾ ਹੈ ਤੇ ਜੀਵ ਉੱਠ ਕੇ ਉਹਦੇ ਕੋਲ ਵਾਪਸ ਚਲੇ ਜਾਂਦੇ ਹਨ। ਤੇ ਜਿਸ ਦੇਹੀ ਦੇ ਵਿੱਚ ਇਹ ਜੀਵ ਆਤਮਾ ਰਹਿ ਰਿਹਾ ਸੀ, ਨਿਵਾਸ ਕਰ ਰਿਹਾ ਸੀ, ਉਹ ਦੇਹੀ ਸੰਸਾਰ ਦੇ ਵਿੱਚ ਹੀ ਪਿੱਛੇ ਰਹਿ ਜਾਂਦੀ ਹੈ। ਇਸ ਕਰਕੇ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਿਥਯੰਤ ਦੇਹੰ, ਦੇਹੀ ਮਿਥਿਆ ਹੈ, ਝੂਠੀ ਹੈ, ਨਾਸ਼ਵੰਤ ਹੈ। ਭਗਤ ਨਾਮਦੇਵ ਜੀ ਨੇ ਤਾਂ ਹੀ ਤੇ ਮਨੁੱਖ ਨੂੰ ਕਿਹਾ ਹੈ ਨਾ, ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਖੀਣੰਤ ਬਲਨੰ। ਇਸ ਦਾ ਬਲ ਵੀ ਘਟਦਾ ਰਹਿੰਦਾ ਹੈ। ਜੋ ਬਲ ਇਸ ਦੇਹੀ ਦੇ ਵਿੱਚ ਅੱਜ ਤੋਂ 2 ਸਾਲ 5 ਸਾਲ 10 ਸਾਲ ਪਹਿਲਾਂ ਸੀ, ਉਹ ਬਲ ਇਸ ਦੇਹੀ ਵਿੱਚ ਅੱਜ ਨਹੀਂ। ਜੋ ਤਾਕਤ ਜੋ ਸਤਿਆ ਇਸ ਸਰੀਰ ਦੇ ਵਿੱਚ ਸੀ, ਉਹ ਤਾਕਤ ਉਹ ਸਤਿਆ ਦਿਨੋਂ ਦਿਨ ਉਮਰ ਦੇ ਬੀਤਦਿਆਂ ਘਟਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਇਸੇ ਕਰਕੇ ਬਚਨ ਆਖਦੇ ਹਨ, ਮਿਥਯੰਤ ਦੇਹੰ ਖੀਣੰਤ ਬਲਨੰ ਵਰਧੰਤ ਜਰੁਆ ਹਿਤਯੰਤ ਮਾਇਆ। ਵਰਧੰਤ ਜਰੁਆ, ਜਰੂਆ ਤੋਂ ਭਾਵ ਜੇ ਬੁਢੇਪਾ। ਜਿਉਂ-ਜਿਉਂ ਬੁਢੇਪਾ ਵੱਧਦਾ ਹੈ, ਭਾਵ ਜਿਉਂ-ਜਿਉਂ ਇਹ ਸਰੀਰ ਪੁਰਾਣਾ ਹੁੰਦਾ ਹੈ, ਜਿਉਂ-ਜਿਉਂ ਇਸ ਸਰੀਰ ਦੀ ਜਵਾਨੀ ਗੁਜ਼ਰਨੀ ਸ਼ੁਰੂ ਹੋ ਜਾਂਦੀ ਹੈ, ਔਰ ਜਵਾਨੀ ਤੋਂ ਬਾਅਦ ਜਿਉਂ-ਜਿਉਂ ਜੀਵ ਬੁਢੇਪੇ ਦੇ ਵੱਲ ਵੱਧਦਾ ਹੈ, ਸਤਿਗੁਰੂ ਜੀ ਆਖਦੇ ਹਨ, ਹਿਤਯੰਤ ਮਾਇਆ। ਤਿਉਂ-ਤਿਉਂ ਧਨ ਦਾ, ਦੌਲਤ ਦਾ, ਮਾਇਆ ਦਾ ਮੋਹ ਜੀਵ ਦੇ ਜੀਵਨ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈ। ਹੁਣ ਲੋੜ ਤੇ ਇਸ ਗੱਲ ਦੀ ਸੀ ਕਿ ਜਿਉਂ-ਜਿਉਂ ਜੀਵਨ ਗੁਜ਼ਰਦਾ, ਤਿਉਂ-ਤਿਉਂ ਸੰਸਾਰ ਦੀ ਪਕੜ ਘਟਦੀ। ਪਰ ਸਤਿਗੁਰੂ ਜੀ ਨੇ ਮਨੁੱਖ ਦੀ ਇਸ ਬਿਰਤੀ ਦਾ ਵਰਣਨ ਇੰਜ ਕੀਤਾ ਹੈ ਕਿ ਜਿਉਂ-ਜਿਉਂ ਜੀਵਨ ਬਤੀਤ ਹੋ ਰਿਹਾ ਹੈ, ਤਿਉਂ-ਤਿਉਂ ਇਹਦੀ ਪਕੜ ਵੱਧ ਰਹੀ ਹੈ, ਇਹਦੀ ਪਕੜ ਘਟ ਨਹੀਂ ਰਹੀ। ਵਰਧੰਤ ਜਰੂਆ ਹਿਤਯੰਤ ਮਾਇਆ ਅਤਿਅੰਤ ਆਸਾ ਆਥਿਤਯ ਭਵਨੰ। ਬੜੀਆਂ ਆਸਾਵਾਂ ਜੀਵਨ ਵਿੱਚ ਵੱਧ ਜਾਂਦੀਆਂ ਹਨ। ਅਤਿਅੰਤ ਆਸਾ, ਅਤਿਅੰਤ ਸ਼ਬਦ ਸਮਝਣਾ ਹੋਵੇ, ਅਸੀਂ ਆਖ ਦਿੰਦੇ ਹਾਂ ਮੈਨੂੰ ਅਤਿਅੰਤ ਪ੍ਰਸੰਨਤਾ ਹੋਈ, ਮੈਨੂੰ ਅਤਿਅੰਤ ਖੁਸ਼ੀ ਹੋਈ। ਭਾਵ ਜਿਹਦਾ ਅੰਤ ਨਹੀਂ। ਮਨੁੱਖ ਜਦੋਂ ਕਿਸੇ ਐਸੀ ਗੱਲ ਦਾ ਜ਼ਿਕਰ ਕਰੇ ਕਿ ਜਿਹਦਾ ਉਹ ਅੰਤ ਨਹੀਂ ਜਾਣਦਾ, ਆਖਦਾ ਹੈ ਅਤਿਅੰਤ ਹੈ ਇਹ ਤੇ। ਸਤਿਗੁਰੂ ਆਖਦੇ ਅਤਿਅੰਤ ਆਸਾ,
ਬਹੁਤ ਸਾਰੀਆਂ ਆਸਾਵਾਂ ਇਸ ਸੰਸਾਰ ਦੇ ਵਿੱਚ ਇਹਦੇ ਨਾਲ ਨਾਲ ਤੁਰਦੀਆਂ ਹਨ। ਆਥਿਤਯ ਭਵਨੰ, ਉਹ ਭਵਨ ਭਾਵ ਉਹ ਘਰ ਜਿਸ ਘਰ ਦੇ ਵਿੱਚ ਇਹ ਜੀਵ ਪ੍ਰਾਹੁਣਾ ਹੈ। ਸਤਿਗੁਰੂ ਜੀ ਦੇ ਬਚਨ ਕਿ ਜੀਵ ਇੱਥੇ ਘਰ ਦੇ ਵਿੱਚ ਪ੍ਰਾਹੁਣਿਆਂ ਦੀ ਤਰ੍ਹਾਂ ਹਨ, ਮਹਿਮਾਨ ਦੀ ਤਰ੍ਹਾਂ ਹਨ, ਪਰੰਤੂ ਇਸ ਘਰ ਵਿੱਚ ਰਹਿਣ ਦੇ ਬਾਵਜੂਦ ਵੀ, ਪਤਾ ਹੋਣ ਦੇ ਬਾਵਜੂਦ ਵੀ ਕਿ ਅਸੀਂ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ, ਸਤਿਗੁਰੂ ਜੀ ਬਚਨ ਆਖਦੇ ਹਨ ਕਿ ਆਸਾਵਾਂ ਘਟਦੀਆਂ ਨਹੀਂ, ਆਸਾਵਾਂ ਵੱਧਦੀਆਂ ਹਨ। ਗਨੰਤ ਸਵਾਸਾ ਭਿਆਨ ਧਰਮੰ, ਇਹਦੇ ਜੋ ਸਵਾਸ ਹਨ ਉਹ ਧਰਮ ਰਾਜ ਜੋ ਭਿਆਨ ਹੈ, ਭਿਆਨਕ, ਡਰਾਉਣਾ ਧਰਮ ਰਾਜ ਇਹਦੇ ਸਵਾਸਾਂ ਨੂੰ ਗਿਣ ਰਿਹਾ ਹੈ। ਇਹ ਬੋਲ ਹੁਣ ਸਤਿਗੁਰੂ ਨੇ ਕਿਉਂ ਆਖੇ? ਕਿਉਂਕਿ ਸਾਨੂੰ ਸਾਰਿਆਂ ਨੂੰ ਜੋ ਜੀਵਨ ਪ੍ਰਾਪਤ ਹੋਇਆ ਹੈ ਉਹ ਗਿਣੇ ਮਿੱਥੇ ਸਵਾਸਾਂ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਜਿਸ ਦਿਨ ਸਰੀਰ ਦੇ ਵਿੱਚੋਂ ਇੱਕ ਇੱਕ ਕਰਕੇ ਸਵਾਸ ਨਿਕਲ ਜਾਂਦੇ ਹਨ ਤੇ ਅਖੀਰਲਾ ਸਵਾਸ ਜਿਸ ਦਿਨ ਨਿਕਲ ਜਾਂਦਾ ਹੈ ਉਸ ਦਿਨ ਅਸੀਂ ਆਖਦੇ ਹਾਂ ਜੀਵ ਦੇ ਸਵਾਸ ਪੂਰੇ ਹੋ ਗਏ, ਇਹਦੀ ਮੌਤ ਹੋ ਗਈ। ਤੇ ਧਰਮ ਰਾਜ ਜੀਵ ਨੂੰ ਤਾੜਦਾ ਹੈ, ਜੀਵ ਨੂੰ ਵੇਖਦਾ ਰਹਿੰਦਾ ਹੈ ਕਿ ਇਹਦੇ ਸਵਾਸ ਪੂਰੇ ਹੋਣ, ਭਾਵ ਇਹਦਾ ਸਮਾਂ ਪੂਰਾ ਹੋਵੇ ਤੇ ਇਹਨੂੰ ਮੈਂ ਆਪਣੇ ਨਾਲ ਲੈ ਜਾਵਾਂ। ਆਪ ਜੀ ਇੱਕ ਗੱਲ ਨੂੰ ਕਦੀ ਜੀਵਨ ਦੇ ਵਿੱਚ ਨੋਟ ਕਰਿਓ ਕਿ ਆਮ ਇੱਕ ਸਵਸਥ ਇਨਸਾਨ ਆਮ ਹਾਲਤਾਂ ਦੇ ਵਿੱਚ 1 ਮਿੰਟ ਵਿੱਚ 16 ਸਵਾਸ ਲੈਂਦਾ ਹੈ। ਹੁਣ ਇਹਨੂੰ ਤੁਸੀਂ 24 ਘੰਟਿਆਂ ਦੇ ਨਾਲ ਹਿਸਾਬ ਮਲਟੀਪਲਾਈ ਕਰਕੇ ਵੇਖੋ ਤੇ ਤਕਰੀਬਨ 24,000 ਸਵਾਸ ਅਸੀਂ ਦਿਨ ਵਿੱਚ ਲੈਂਦੇ ਹਾਂ। ਇੱਕ ਵੱਖਰੀ ਗੱਲ ਹੈ ਦੌੜਨ ਲੱਗਿਆਂ ਇਹ ਸਵਾਸ ਵੱਧ ਜਾਂਦੇ ਹਨ, ਵਿਸ਼ਰਾਮ ਕਰਨ ਲੱਗਿਆਂ, ਸੌਣ ਲੱਗਿਆਂ ਇਹਨਾਂ ਦੀ ਗਤੀ ਘਟ ਜਾਂਦੀ ਹੈ। ਪਰ ਆਮ ਮਹਾਂਪੁਰਖਾਂ ਦਾ ਇਹ ਵਰਣਨ, ਇਹ ਜ਼ਿਕਰ ਹੈ, ਇਹ ਮੰਨਣਾ ਹੈ ਕਿ ਮਨੁੱਖ ਆਮ ਕਰਕੇ ਇੱਕ ਦਿਨ ਦੇ ਵਿੱਚ 24,000 ਸਵਾਸ ਲੈਂਦਾ ਹੈ। ਹੁਣ ਸਤਿਗੁਰੂ ਆਖਦੇ, ਕਹਿੰਦੇ ਤੈਨੂੰ ਰੋਜ਼ 24,000 ਸਵਾਸਾਂ ਦਾ ਘਾਟਾ ਪੈ ਰਿਹਾ ਹੈ ਇੱਕ ਦਿਨ ਦੇ ਵਿੱਚ, ਤੇ ਇੱਕ ਮਹੀਨੇ ਵਿੱਚ, ਇੱਕ ਸਾਲ ਵਿੱਚ ਕਿਤਨੇ ਸਵਾਸਾਂ ਦਾ ਘਾਟਾ ਪੈ ਗਿਆ। ਬਸ ਧਰਮ ਰਾਜ ਉਹਨਾਂ ਸਵਾਸਾਂ ਦੀ ਗਿਣਤੀ ਕਰਦਾ ਰਹਿੰਦਾ ਹੈ ਤੇ ਜਿਸ ਦਿਨ ਅਖੀਰਲਾ ਸਾਹ ਵੀ ਖਰਚ ਲਿਆ ਗਿਆ, ਅਖੀਰਲਾ ਸਵਾਸ ਵੀ ਆ ਕੇ ਚਲਾ ਗਿਆ, ਉਸ ਦਿਨ ਧਰਮ ਰਾਜ ਆਪਣੇ ਨਾਲ ਲੈ ਜਾਂਦਾ ਹੈ। ਪਰ ਸਤਿਗੁਰੂ ਆਖਦੇ, ਕਹਿੰਦੇ ਸਵਾਸਾਂ ਦੇ ਗੁਜ਼ਰਨ ਦੇ ਬਾਵਜੂਦ ਵੀ ਮਨੁੱਖ ਪਰਮਾਤਮਾ ਦੇ ਭਜਨ ਵਿੱਚ ਨਹੀਂ ਬਲਕਿ ਮੋਹ ਦੇ ਖੂਹ ਦੇ ਵਿੱਚ ਇਹ ਗਿਰਿਆ ਹੋਇਆ ਹੈ। ਬਚਨ ਕਰਨਗੇ, ਪਤੰਤ ਮੋਹ ਕੂਪ ਦੁਰਲਭਯ ਦੇਹੰ ਤਤ ਆਸ਼ਰਿਯੰ ਨਾਨਕ। ਇਹ ਦੁਰਲਭ ਦੇਹੀ ਜਿਹਦਾ ਮਿਲਣਾ ਕੋਈ ਸੁਖੈਨ ਨਹੀਂ, ਜਿਹਦਾ ਮਿਲਣਾ ਕੋਈ ਸੌਖਾ ਨਹੀਂ, ਇਹ ਦੁਰਲਭ ਦੇਹੀ ਮੋਹ ਦੇ ਖੂਹ ਦੇ ਵਿੱਚ ਡਿੱਕੀ ਰਹਿੰਦੀ ਹੈ, ਮੋਹ ਦੇ ਖੂਹ ਦੇ ਵਿੱਚ ਪਈ ਰਹਿੰਦੀ ਹੈ। ਪਤੰਤ ਮੋਹ ਕੂਪ, ਗਿਰ ਜਾਂਦੀ ਹੈ ਮੋਹ ਦੇ ਕੂਪ ਖੂਹ ਦੇ ਵਿੱਚ। ਕੌਣ ਡਿੱਗਦੀ ਹੈ? ਦੁਰਲਭਯ ਦੇਹੰ, ਇਹ ਜੋ ਦੁਰਲਭ ਦੇਹੀ ਹੈ। ਤੇ ਸਤਿਗੁਰੂ ਆਖਦੇ, ਕਹਿੰਦੇ ਤਤ ਆਸ਼ਰਿਯੰ ਨਾਨਕ, ਪਰਮਾਤਮਾ ਹੀ, ਤਤ ਦਾ ਭਾਵ ਜੇ ਉਸ ਦਾ, ਇਹ ਸਰਵਨਾਮ ਹੈ, ਉਸ ਪਰਮਾਤਮਾ ਦਾ ਹੀ ਆਸਰਾ ਇਸ ਦੇਹੀ ਨੂੰ ਹੈ। ਸਤਿਗੁਰੂ ਜੀ ਬਚਨ ਕਰਨਗੇ, ਗੋਬਿੰਦ 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 ਗੋਪਾਲ ਕਿਰਪਾ। ਹੇ ਗੋਬਿੰਦ, ਹੇ ਪਰਮਾਤਮਾ ਸਾਡੇ ਉੱਤੇ ਕਿਰਪਾ ਕਰ, ਸਾਨੂੰ ਕੇਵਲ ਤੇਰਾ ਹੀ ਆਸਰਾ ਹੈ, ਸਾਨੂੰ ਕੇਵਲ ਤੇਰਾ ਹੀ ਸਹਾਰਾ ਹੈ, ਕੇਵਲ ਤੇਰੀ ਕਿਰਪਾ ਹੀ ਸਾਨੂੰ ਬਚਾ ਸਕਦੀ ਹੈ। ਸੋ ਇਹ ਤੀਜੇ ਸ਼ਲੋਕ ਦਾ ਭਾਵ ਸੀ। ਆਓ ਅਗਲਾ ਸ਼ਲੋਕ ਕਰੀਏ ਜੀ। ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ ਹੈ। ਕਾਚ ਕੋਟੰ, ਕੋਟ ਦਾ ਅਰਥ ਜੇ ਸਰੀਰ, ਕਾਚ ਦਾ ਅਰਥ ਹੈ ਕੱਚਾ। ਇਹ ਸਰੀਰ ਕੱਚਾ ਕਿਲਾ ਹੈ। ਕਾਚ ਕੋਟੰ, ਜਿਵੇਂ ਸੰਸਾਰ ਦੇ ਕਿਲੇ ਪੱਥਰਾਂ ਨਾਲ, ਇੱਟਾਂ ਨਾਲ ਬਣੇ ਹੁੰਦੇ ਹਨ,
ਸਤਿਗੁਰੂ ਜੀ ਨੇ ਇਸ ਸਰੀਰ ਰੂਪੀ ਕਿਲੇ ਦੀ ਜਦੋਂ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਤੇ ਧੰਨ ਗੁਰੂ ਅਰਜੁਨ ਦੇਵ ਜੀ ਆਖਦੇ, ਕਹਿੰਦੇ ਇਹ ਜੋ ਸਰੀਰ ਹੈ ਮਾਨੋ ਕੱਚਾ ਕਿਲਾ ਹੈ। ਕਾਚ ਕੋਟੰ ਰਚੰਤ ਤੋਯੰ, ਤੋਯੰ ਤੋਇਆ ਪਾਣੀ। ਇਹ ਸਰੀਰ ਪਾਣੀ ਤੋਂ ਬਣਿਆ ਹੈ, ਭਾਵ ਇਹਦੀ ਉਤਪਤੀ ਦਾ ਜੋ ਸਭ ਤੋਂ ਪਹਿਲਾ ਤੱਤ ਸੀ ਉਹ ਪਾਣੀ ਸੀ, ਭਾਵ ਪਿਤਾ ਦਾ ਵੀਰਜ ਸੀ। ਪਿਤਾ ਦੇ ਵੀਰਜ ਦੀ ਬੂੰਦ ਤੋਂ ਅਤੇ ਮਾਤਾ ਦੀ ਰਕਤ ਤੋਂ ਇਸ ਸਰੀਰ ਦਾ ਮੁੱਢ ਬਣਨਾ ਸ਼ੁਰੂ ਹੋਇਆ। ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ ਹੈ। ਅਤੇ ਇਸ ਸਰੀਰ ਦੇ ਉੱਤੇ ਲੇਪਾ ਭਾਵ ਪੋਚਾ ਮਾਰਿਆ ਹੋਇਆ ਹੈ, ਲੇਪ ਕੀਤਾ ਹੋਇਆ ਹੈ, ਰਕਤ ਚਰਮਣ ਹੈ। ਲਹੂ ਤੇ ਚਮ ਦੇ ਨਾਲ ਇਹ ਲਿਬੜਿਆ ਹੋਇਆ ਹੈ, ਭਾਵ ਅੰਦਰ ਰਕਤ ਪਾ ਕੇ ਪਰਮਾਤਮਾ ਨੇ ਉੱਤੇ ਚਮੜੀ ਦਾ ਲੇਪ ਕਰ ਦਿੱਤਾ। ਚਮੜੀ ਦੇ ਥੱਲੇ ਲਹੂ ਮੌਜੂਦ ਹੈ। ਅਸੀਂ ਵੇਖਦੇ ਹਾਂ ਨਾ, ਸਰੀਰ ਵਿੱਚ ਕਿਸੇ ਥਾਂ ਤੇ ਵੀ ਇੱਕ ਸੂਈ ਵੀ ਚੁੱਭ ਜਾਵੇ ਤੇ ਚਮੜੀ ਨੂੰ ਜਦੋਂ ਉਹ ਸੂਈ ਵਿੰਨੇ ਤੇ ਚਮੜੀ ਦੇ ਵਿੱਚੋਂ ਲਹੂ ਨਿਕਲਣ ਲੱਗ ਪੈਂਦਾ ਹੈ। ਇਹਦਾ ਭਾਵ ਕੀ ਹੈ ਕਿ ਚਮੜੀ ਦੇ ਥੱਲੇ ਲਹੂ ਮੌਜੂਦ ਹੈ। ਇਹ ਉਹ ਕਿਲਾ ਹੈ ਕਾਚ ਕੋਟੰ, ਕੱਚਾ ਕਿਲਾ, ਰਚੰਤ ਤੋਯੰ, ਜਿਹਦੀ ਰਚਨਾ ਪਾਣੀ ਤੋਂ ਭਾਵ ਪਿਤਾ ਦੇ ਵੀਰਜ ਤੋਂ ਹੋਈ ਸੀ। ਲੇਪਨੰ ਰਕਤ ਚਰਮਣ ਹੈ, ਤੇ ਇਸ ਰਕਤ ਸਰੀਰ ਦੇ ਵਿੱਚ ਰਕਤ ਪਿਆ ਹੋਇਆ ਹੈ ਅਤੇ ਉੱਤੇ ਚਮੜੀ ਦਾ ਪੋਚਾ ਹੈ। ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨ ਹੈ। ਹੁਣ ਇਹਦਾ ਪਾਠ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਇੱਕ ਤੇ ਹੈ ਨਵੰਤ ਦੁਆਰੰ, ਤੇ ਕੁਝ ਪ੍ਰੇਮੀ ਇਹਨੂੰ ਇੰਜ ਪੜ੍ਹਦੇ ਹਨ ਨਵੰ ਤਾਂ ਦੁਆਰੰ। ਇਹਨੂੰ ਬਹਿਸ ਦਾ ਵਿਸ਼ਾ ਅਸੀਂ ਨਹੀਂ ਬਣਾਉਣਾ ਬਈ ਇਸੇ ਤਰ੍ਹਾਂ ਪੜਾਂਗੇ। ਗੱਲ ਤੇ ਇਹ ਹੈ ਕਿ ਇਸ ਸਰੀਰ ਦੇ 9 ਦਰਵਾਜ਼ੇ ਹਨ, ਨਵੰਤ ਦੁਆਰੰ ਜਾਂ ਨਵੰਤ ਦੁਆਰੰ। 9 ਤੇ ਦੁਆਰ ਹਨ, 9 ਦੁਆਰੇ ਹਨ ਇਸ ਸਰੀਰ ਦੇ। ਭੀਤ ਰਹਿਤੰ, ਲੇਕਿਨ ਉਹਨਾਂ ਦਰਵਾਜ਼ਿਆਂ ਨੂੰ, ਉਹਨਾਂ ਦੁਆਰਾਂ ਨੂੰ ਪਲੜੇ ਨਹੀਂ ਲੱਗੇ ਹੋਏ। ਤੁਸੀਂ ਵੇਖੋ, ਕੋਈ ਇਨਸਾਨ ਘਰ ਬਣਾਵੇ ਤੇ ਘਰ ਨੂੰ ਬਣਾਉਣ ਤੋਂ ਬਾਅਦ ਘਰ ਦੇ ਦੁਆਰ ਤੇ ਲਗਾ ਦੇਵੇ, ਲੇਕਿਨ ਦੁਆਰ ਦੇ ਵਿੱਚ ਪੱਲੇ ਨਾ ਲਵਾਵੇ, ਦਰਵਾਜ਼ੇ ਨਾ ਲਵਾਵੇ, ਤੇ ਉਸ ਘਰ ਦੇ ਵਿੱਚ ਕੋਈ ਵੀ ਕਿਸੇ ਵੇਲੇ ਵੀ ਆ ਸਕਦਾ ਹੈ। ਅਸੀਂ ਜਿਨ੍ਹਾਂ ਘਰਾਂ ਵਿੱਚ ਰਹਿੰਦੇ ਹਾਂ, ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਘਰਾਂ ਦੇ ਬੂਹੇ ਦਰਵਾਜ਼ੇ ਬੰਦ ਕਰ ਦਿੰਦੇ ਹਾਂ। ਉਹ ਜਿਹੜਾ ਘਰ ਦੀ ਦਹਲੀਜ਼ ਹੈ, ਘਰ ਦਾ ਦੁਆਰ, ਘਰ ਦੀ ਦਹਲੀਜ਼ ਹੈ, ਉਹਦੇ ਵਿੱਚ ਪੱਲੇ ਲੱਗੇ ਹੁੰਦੇ ਹਨ, ਉਹਨੂੰ ਦਰਵਾਜ਼ਾ ਕਹਿੰਦੇ ਹਾਂ। ਹੁਣ ਦਹਲੀਜ਼ ਤੇ ਹੈ, ਲੇਕਿਨ ਵਿਚਕਾਰ ਪੱਲੇ ਨਹੀਂ, ਵਿਚਕਾਰ ਪਲੜੇ ਨਾ ਲੱਗੇ ਹੋਣ ਤੇ ਘਰ ਦੇ ਵਿੱਚ ਕਿਸੇ ਵੇਲੇ ਵੀ ਕੋਈ ਵੀ ਆ ਸਕਦਾ ਹੈ। ਸਤਿਗੁਰੂ ਨੇ ਮਨ ਦੀ ਭਟਕਣਾ ਦਾ ਇੱਕ ਕਾਰਨ ਦੱਸਿਆ। ਸਤਿਗੁਰੂ ਆਖਦੇ, ਕਹਿੰਦੇ ਇਹ ਜੋ ਸਰੀਰ ਹੈ ਨਾ, ਇਸ ਨੂੰ 9 ਦਰਵਾਜ਼ੇ ਲੱਗੇ ਹੋਏ ਹਨ, 9 ਦੁਆਰੇ ਪ੍ਰਗਟ ਕੀਏ। ਗੁਰੂ ਅਮਰਦਾਸ ਜੀ ਨੇ ਵੀ ਇਹ ਬਚਨ ਆਖਿਆ, 9 ਦਰਵਾਜ਼ੇ ਲੱਗੇ ਹੋਏ ਹਨ ਇਸ ਸਰੀਰ ਨੂੰ, ਲੇਕਿਨ ਇਹਨਾਂ ਦੇ ਪੱਲੇ ਕੋਈ ਨਹੀਂ, ਭਾਵ ਇਹ ਖੁੱਲੇ ਹਨ। ਮਨ ਕਿਸੇ ਵੀ ਦੁਆਰ ਤੋਂ ਕਿਸੇ ਵੇਲੇ ਵੀ ਬਾਹਰ ਚਲਾ ਜਾਂਦਾ ਹੈ, ਕਦੀ ਵੀ ਆ ਜਾਂਦਾ ਹੈ। ਮਨ ਦੇ ਭਟਕਣ ਦਾ ਕਾਰਨ ਹੀ ਇਹ ਹੈ। ਤੇ ਬਾਣੀ 'ਚ ਇੱਕ ਜਗ੍ਹਾ ਆਇਆ, ਸਤਿਗੁਰੂ ਕਹਿੰਦੇ ਕਿ ਇਸ ਮਨ ਨੂੰ ਫਿਰ ਟਿਕਾਈਏ ਕਿਵੇਂ? ਮੂੰਦ ਲੀਏ ਦਰਵਾਜ਼ੇ ਬਾਜੀਲੇ ਅਨਹਦ ਬਾਜੇ। ਜਿਸ ਦਿਨ ਇਸ ਦਹਲੀਜ਼ ਦੇ ਵਿੱਚ, ਇਸ ਦੁਆਰ ਦੇ ਵਿੱਚ ਪਲੜੇ ਲੱਗ ਜਾਣਗੇ ਗਿਆਨ ਦੇ, ਵਿਵੇਕ ਦੇ, ਤੇ ਉਹਨਾਂ ਨੂੰ ਕੋਈ ਜੀਵ ਬੰਦ ਕਰ ਲਵੇਗਾ, ਇਹ ਮਨ ਬਾਹਰ ਨਹੀਂ ਭੱਜੇਗਾ, ਸਗੋਂ ਆਪਣੇ ਘਰ ਦੇ ਵਿੱਚ ਰਹਿ ਕੇ ਹੀ ਇਹ ਮਨ ਆਨੰਦ ਮਾਣੇਗਾ। ਪਰ ਅਜੋਕੀ ਹਾਲਤ ਕੀ ਹੈ? ਨਵੰਤ ਦੁਆਰੰ ਭੀਤ ਰਹਿਤੰ, ਭੀਤ ਤੋਂ ਦਰਵਾਜ਼ੇ ਦੇ ਜਿਹੜੇ ਤਖਤੇ ਹਨ ਉਹਨਾਂ ਤੋਂ ਵਾਂਝੇ ਹਨ। ਬਾਏ ਰੂਪੰ ਅਸਥੰਭਨ ਹੈ, ਤੇ ਇਸ ਕੱਚੇ ਕਿਲੇ ਦੀ, ਭਾਵ ਇਸ ਕੱਚੇ ਸਰੀਰ ਦੀ ਬੁਨਿਆਦ ਕੀ ਹੈ, ਸਤੰਭ ਕੀ ਹੈ? ਸਤਿਗੁਰੂ ਕਹਿੰਦੇ ਇਸ ਸਰੀਰ ਦਾ ਥੰਮ ਬਾਏ ਹੈ। ਬਾਏ ਦਾ ਭਾਵ ਹਵਾ, ਵਾਯੂ, ਜਿਹਨੂੰ ਅਸੀਂ ਸਵਾਸ ਆਖਦੇ ਹਾਂ। ਮੈਂ ਹੁਣੇ ਬੇਨਤੀ ਕਰ ਰਿਹਾ ਸਾਂ ਕਿ ਜੇ ਸਵਾਸ ਆ ਗਿਆ ਤੇ ਇਹ ਸਰੀਰ ਕਾਇਮ ਹੈ, ਤੇ ਜੇ ਸਵਾਸ ਨਾ ਆਇਆ ਤੇ ਇਹ ਸਰੀਰ ਡਿੱਗ ਜਾਵੇਗਾ। ਸਤਿਗੁਰੂ ਕਹਿੰਦੇ ਸਰੀਰ ਦਾ ਅਸਥੰਭ, ਸਰੀਰ ਨੂੰ ਸਹਾਰਾ ਦੇਣ ਵਾਲਾ, ਸਰੀਰ ਨੂੰ ਖਿਲਾਰਨ ਵਾਲਾ
वाय है, श्वास है, वायु है। गोविंद नामं नह सिमरंत अज्ञानी जानंत अस्थिरं। पर यह जो अज्ञानी जीव है, जिन्हों ज्ञान नहीं, ये इस शरीर नूं ही सदा थिर रहन वाला मनदा है ते शरीर दे ही भोगां दे विच, इंद्रियां दे ही भोगां दे विच लग्या होया ये अपना सारा जीवन बतीत कर दिंदा है। गोबिंद नामं नह सिमरंत, ये गोबिंद दे नाम नूं नहीं सिमरदा, परमात्मा दे नाम नूं नहीं जपदा। अज्ञानी जानंत अस्थिरं, इस शरीर नूं ही सदा थिर रहन वाला, कायम रहन वाला मन के परमात्मा दे नाम नूं विसार दिंदा है। दुर्लभ देह उधरंत साध शरण नानक। यह जो दुर्लभ देही है, हे नानक, ये साध शरण भाव गुरु की संगत विच, गुरमुखां की संगत विच आके ही इहदा उद्धार हो सकता है। इस नूं माया दे मोह तों बचाया जा सकता है। हर 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 हरे जपंत। जदों भी गुरु ग्रंथ साहिब जी की पावन बाणी दे विच कोई शब्द वार वार आएगा, जिवें इस पंक्ति दे विच 5 वार हर शब्द आया है, ते इहदा विश्राम हुण किवें लाइए। विद्वानां ने इहदे विश्राम का एक तरीका दसिया कि 2-2 शब्दां तो बाद विश्राम लावो। जिवें 5 वार हर आया है ते असीं 2 वार रुकांगे, हर हर विश्राम दे दिओ, फिर हर हर विश्राम दे दिओ, फिर हर हरे जपंत। ये विश्राम की सेध सदा याद रखना। ये नहीं कि हर 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 हरे जपंत इंज विश्राम दे दिए, नहीं। बड़ा सरल तरीका है। जदों भी कोई शब्द गुरु ग्रंथ साहिब विच 3 वार 4 वार 5 वार, जिवें इस पंक्ति 'च 5 वार हर आया है, ते उहदा सब तो सरल तरीका जे विश्राम देण दा कि 2 शब्दां तो बाद आप जी रुक जावो। हर 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 हरे जपंत। सतगुरु जी आखदे, कहंदे इस शरीर का उद्धार तां ही हो सकेगा, ये दुर्लभ देही, जदों इस दुर्लभ देही दे नाल, इस जबान दे नाल गुरमुखां दी संगत विच आके तू हरि दा जाप जपेंगा। परमात्मा दा जाप जो जपदे हन, वो अपने इस दुर्लभ शरीर नूं भी सफला कर लेंदे हन। अगला श्लोक है जी। शुभंत तोयं अच्युत गुणज्ञं पूर्णं बहुलो कृपाला। शुभंत तोयं अच्युत गुणज्ञं। अच्युत अते गुणज्ञं ये संबोधन कारक दे विच असां ने बुलाउणे हन। अच्युत दा अर्थ जे अविनाशी और गुणज्ञं दा अर्थ है गुणा दे जानन वाला। परमात्मा दे लई ये दोवें शब्द वरते हन। सतगुरु गुरु अर्जुन देव जी आखदे, कहंदे हे परमात्मा तू अच्युत हैं ते तू गुणज्ञं है, भाव तू गुणा दा जानन वाला है। गुणज्ञं उच्चारण में फिर आप जी दे नाल स्पष्ट कर देवां। गुणज्ञं गग्गे दे पैर विच यैया है ते उपर टिप्पी है, उच्चारण होवेगा गुणज्ञं। शुभंत तोयं अच्युत गुणज्ञं पूर्णं बहुलो कृपाला। पूर्णं, हे परमात्मा तू पूरा है, भाव तू सर्वव्यापक है। बहुलो कृपाला, ते तू बहुत ज़्यादा कृपाल है परमात्मा। तू सारी सृष्टि दे विच शोभा पा रहा है, भाव ये सारी सृष्टि तेरा घर है ते इस सारी सृष्टि दे विच तू रमिया होया है। तेरा नूर, तेरी जोत इस सारी सृष्टि दे विच है। इस सारी सृष्टि नूं तू रोशन कर रहा है, तू आप शोभा पा रहा है। सतगुरु आखदे ना, ये जग सच्चे की है कोठड़ी, सच्चे का विच वास। ये कोठड़ी उस परमात्मा दी है ते परमात्मा दा वास इस कोठड़ी दे विच है। गंभीरं ऊंचे सर्वग अपारा। गंभीरं, गंभीर शब्द गुरु ग्रंथ साहिब च कई बार आया है। गंभीर दा अर्थ है वड्डे जिगरे वाला, जिहदा दिल, जिहदा जिगर बड़ा वड्डा होवे, साडी तरह जिहदा दिल ना होवे। परमात्मा दी गंभीरता दा गुण जदों
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਗਿਆ ਤੇ ਸਤਿਗੁਰੂ ਜੀ ਨੇ ਇਹ ਬੋਲ ਵਰਤੇ, ਅਕਿਰਤ ਕਣਾਨੋ ਪਾਲਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਬੜਾ ਕਮਾਲ ਦਾ ਬੋਲ ਆਖਿਆ, ਕਹਿੰਦੇ ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਪਰਮਾਤਮਾ ਇਤਨਾ ਗੰਭੀਰ ਹੈ, ਇਤਨੇ ਵੱਡੇ ਜਿਗਰੇ ਵਾਲਾ ਹੈ ਕਿ ਜੀਵਾਂ ਦੇ ਅਣਗਿਣਤ ਪਾਪਾਂ ਨੂੰ ਵੇਖ ਕੇ, ਦੋਖਾਂ ਨੂੰ ਵੇਖ ਕੇ ਫਿਰ ਵੀ ਪਰਮਾਤਮਾ ਉਹਨਾਂ ਦੀ ਪ੍ਰਤਪਾਲਣਾ ਕਰਦਾ ਹੈ, ਫਿਰ ਵੀ ਉਹਨਾਂ ਨੂੰ ਰਿਜ਼ਕ ਦਿੰਦਾ ਹੈ। ਸਤਿਗੁਰੂ ਆਖਦੇ, ਕਹਿੰਦੇ ਪਰਮਾਤਮਾ ਤੂੰ ਗੰਭੀਰ ਹੈ, ਉੱਚਾ ਹੈ, ਕੇਵਲ ਗਹਿਰਾ ਹੀ ਨਹੀਂ, ਕੇਵਲ ਗੰਭੀਰ ਹੀ ਨਹੀਂ, ਤੂੰ ਉੱਚਾ ਵੀ ਬਹੁਤ ਹੈ। ਤੂੰ ਇਤਨਾ ਉੱਚਾ ਹੈ ਕਿ ਤੇਰੇ ਤੋਂ ਉੱਚਾ ਕੋਈ ਹੋਰ ਨਹੀਂ। ਸਤਿਗੁਰੂ ਕਹਿੰਦੇ ਨਾ, ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਉਸ ਤੋਂ ਉੱਚਾ ਕੋਈ ਹੈ ਹੀ ਨਹੀਂ। ਸਰਬੱਗ ਅਪਾਰਾ, ਇਹਨਾਂ ਚਾਰਾਂ ਸ਼ਬਦਾਂ ਤੋਂ ਬਾਅਦ ਵਿਸ਼ਰਾਮ ਦੇਣਾ। ਗੰਭੀਰੰ, ਉੱਚਾ, ਸਰਬੱਗ, ਅਪਾਰਾ, ਚਾਰਾਂ ਤੋਂ ਬਾਅਦ ਰੁਕਣਾ ਹੈ, ਕਿਉਂਕਿ ਪਰਮਾਤਮਾ ਦੇ ਇਹ ਚਾਰ ਵੱਖੋ ਵੱਖਰੇ ਗੁਣ ਹਨ ਕਿ ਹੇ ਪਰਮਾਤਮਾ ਤੂੰ ਵੱਡੇ ਜਿਗਰੇ ਵਾਲਾ ਹੈ, ਗੰਭੀਰ ਹੈ, ਤੂੰ ਉੱਚਾ ਹੈ। ਸਰਬੱਗ, ਸਰਬੱਗ ਦਾ ਭਾਵ ਹੈ ਸਰਵੱਗਯ, ਭਾਵ ਸਭ ਦਾ ਜਾਣਨ ਵਾਲਾ, ਸਭ ਕੁਝ ਜਾਣਨ ਵਾਲਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਨੂੰ ਭਾਵੇਂ ਇਹ ਭੁਲੇਖਾ ਹੈ ਕਿ ਪਰਮਾਤਮਾ ਮੇਰੇ ਅੰਦਰ ਦੀ ਗੱਲ ਨਹੀਂ ਜਾਣਦਾ, ਮੈਂ ਰੱਬ ਤੋਂ ਇਹ ਗੱਲ ਛੁਪਾ ਸਕਦਾ ਹਾਂ, ਪਰ ਸਤਿਗੁਰੂ ਕਹਿੰਦੇ ਨਹੀਂ, ਪਰਮਾਤਮਾ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ, ਪਰਮਾਤਮਾ ਸਭ ਕੁਝ ਜਾਣਨ ਵਾਲਾ ਹੈ। ਅਪਾਰਾ, ਅਪਾਰ ਬੇਅੰਤ, ਪਰੇ ਤੋਂ ਪਰੇ, ਜਿਹਦਾ ਕੋਈ ਪਾਰਾਵਾਰ ਹੀ ਨਹੀਂ, ਉਹਨੂੰ ਕਹਿੰਦੇ ਹਨ ਬੇਅੰਤ। ਬੇਅੰਤਾ ਬੇਅੰਤ ਗੁਣ ਤੇਰੇ। ਪ੍ਰੀਤਿਆ ਪ੍ਰੇਯੰ ਵਿਸ਼ਰਾਮ ਚਰਣੰ। ਪ੍ਰੀਤਿਆ, ਪ੍ਰੀਤਿਆ ਭਗਤ, ਸੇਵਕ। ਪ੍ਰੇਯੰ ਦਾ ਭਾਵ ਹੈ ਪਿਆਰਾ। ਹੈ ਪਰਮਾਤਮਾ ਪ੍ਰੀਤਿਆ ਪ੍ਰੇਯੰ, ਇਹ ਵੀ ਪਰਮਾਤਮਾ ਨੂੰ ਕਿਹਾ ਗਿਆ ਕਿ ਪਰਮਾਤਮਾ ਤੂੰ ਭਗਤਾਂ ਦਾ ਪਿਆਰਾ ਹੈ, ਤੂੰ ਭਗਤਾਂ ਦਾ ਪਿਆਰਾ ਹੈ, ਭਾਵ ਭਗਤ ਤੈਨੂੰ ਪਿਆਰ ਕਰਦੇ ਹਨ, ਭਗਤਾਂ ਦਾ ਤੇਰੇ ਨਾਲ ਪਿਆਰ ਹੈ। ਭਗਤਾਂ ਬਣਿਆਈ ਪ੍ਰਭ ਪਨੈਸਿਓ, ਭਗਤਾਂ ਦੀ ਬਣ ਆਉਂਦੀ ਹੈ, ਭਗਤਾਂ ਦਾ ਪਿਆਰ ਪੈ ਜਾਂਦਾ ਹੈ ਆਪਣੇ ਉਸ ਇਸ਼ਟ ਦੇ ਨਾਲ। ਤੇ ਸੱਚ ਇਹ ਜੇ ਸੰਸਾਰ ਦੇ ਲੋਕੋ, ਜਦੋਂ ਕੋਈ ਭਗਤ ਬਣ ਕੇ ਪਰਮਾਤਮਾ ਦੇ ਨਾਲ ਪਿਆਰ ਪਾ ਲਵੇ ਨਾ, ਫਿਰ ਪਰਮਾਤਮਾ ਆਪਣੇ ਭਗਤ ਦੀ ਰਾਖੀ, ਪਰਮਾਤਮਾ ਆਪਣੇ ਭਗਤ ਦੀ ਪ੍ਰਤਪਾਲਣਾ ਹਰ ਵੇਲੇ ਕਰਦਾ ਹੈ। ਜਿਵੇਂ ਮਾਤਾ ਪਿਤਾ ਦਾ ਚਿੱਤ ਹਰ ਵੇਲੇ ਆਪਣੀ ਸੰਤਾਨ ਦੇ ਵਿੱਚ ਹੈ, ਇਸੇ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦੇ ਵਿੱਚ ਚਿੱਤ ਜੋੜ ਲੈਂਦਾ ਹੈ। ਪਰ ਕਦੋਂ? ਜਦੋਂ ਭਗਤ ਪਰਮਾਤਮਾ ਵਿੱਚ ਚਿੱਤ ਜੋੜਨ। ਭਗਤ ਜਦੋਂ ਪਰਮਾਤਮਾ ਦੇ ਵਿੱਚ ਚਿੱਤ ਜੋੜ ਲੈਣ ਤੇ ਪਰਮਾਤਮਾ ਇਸ ਉਦਮ ਨੂੰ, ਇਸ ਪ੍ਰੇਮ ਨੂੰ ਅਜਾਈ ਨਹੀਂ ਜਾਣ ਦਿੰਦਾ। ਉਹ ਆਪਣੇ ਭਗਤਾਂ ਦੀ ਹਰ ਪ੍ਰਕਾਰ ਨਾਲ ਮਦਦ ਕਰਦਾ ਹੈ। ਪ੍ਰੀਤਿਆ ਪ੍ਰੇਯੰ ਵਿਸ਼ਰਾਮ ਚਰਣੰ। ਹੇ ਪਰਮਾਤਮਾ, ਉਹਨਾਂ ਭਗਤਾਂ ਦਾ ਨਿਵਾਸ, ਉਹਨਾਂ ਦਾ ਟਿਕਾਣਾ, ਵਿਸ਼ਰਾਮ ਦਾ ਅਰਥ ਜੇ ਟਿਕਾਣਾ, ਤੇਰੇ ਚਰਨ ਹਨ, ਭਾਵ ਤੇਰੇ ਭਗਤ ਤੇਰੇ ਚਰਨਾਂ ਦੇ ਵਿੱਚ ਜੁੜ ਜਾਂਦੇ ਹਨ। ਇੱਥੇ ਮੈਂ ਇੱਕ ਨੁਕਤਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂ। ਆਮ ਤੌਰ 'ਤੇ ਨਾ, ਜਦੋਂ ਕੋਈ ਬੰਦਾ ਸੰਸਾਰ ਤੋਂ ਚਲਾ ਜਾਵੇ, ਕਿਸੇ ਦੀ ਮੌਤ ਹੋ ਜਾਵੇ, ਤੇ ਅਸੀਂ ਲੋਕ ਇਹ ਅਰਦਾਸ ਕਰਦੇ ਹਾਂ, ਵਾਹਿਗੁਰੂ ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ। ਪਰ ਯਕੀਨ ਜਾਣਨਾ, ਉਹ ਅਰਦਾਸ ਵੀ ਸਕਾਰਥੀ ਹੈ, ਪਰ ਗੁਰਬਾਣੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਤੂੰ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਥਾਂ ਆਪਣੇ ਜਿਉਂਦਿਆਂ ਜੀ ਬਣਾ ਲੈਣਾ ਹੈ। ਭਗਤੀ ਕਰਕੇ ਜਦੋਂ ਕੋਈ ਪਰਮਾਤਮਾ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਲਵੇ, ਥਾਂ ਪਾ ਲਵੇ, ਤੇ ਉਹਦੇ ਗੁਜ਼ਰਨ ਤੋਂ ਬਾਅਦ, ਉਹਦੇ ਜਾਣ ਤੋਂ ਬਾਅਦ ਕੋਈ ਉਹਦੇ ਲਈ ਅਰਦਾਸ ਕਰੇ ਜਾਂ ਨਾ ਕਰੇ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨੇ ਪਹਿਲੇ ਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣਾ ਟਿਕਾਣਾ ਬਣਾ ਲਿਆ ਹੈ। ਉਹਦੀ ਸੁਰਤ ਰੱਬ ਦੇ ਚਰਨਾਂ ਵਿੱਚ ਜੁੜ ਗਈ, ਉਹਦਾ ਮਨ ਰੱਬ ਦੇ ਚਰਨਾਂ ਵਿੱਚ ਜੁੜ ਗਿਆ, ਉਹਦੀ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਗਈ। ਉਹਨੂੰ ਫਿਰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਮਰਨ ਤੋਂ ਬਾਅਦ ਮੇਰਾ ਕੀ ਹੋਵੇਗਾ। ਅਨਾਥ ਨਾਥੇ ਨਾਨਕ ਸਰਣੰ। ਹੇ ਅਨਾਥ ਨਾਥੇ, ਅਨਾਥਾਂ ਦੇ ਨਾਥ, ਨਾਨਕ ਸ਼ਰਣੰ, ਮੈਂ ਨਾਨਕ ਤੇਰੀ ਸ਼ਰਨ ਵਿੱਚ ਆਇਆ ਹਾਂ। ਕਿਰਪਾ ਕਰ, ਤੂੰ ਭਗਤ ਵਛਲ ਹੈ,
ਤੂੰ ਭਗਤਾਂ ਦਾ ਪਿਆਰਾ ਹੈ, ਭਗਤਾਂ ਨੂੰ ਤੇ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਮੈਂ ਗਰੀਬ, ਮੈਂ ਅਨਾਥ ਤੇਰੀ ਸ਼ਰਨ ਵਿੱਚ ਆਇਆ ਹਾਂ। ਕਿਰਪਾ ਕਰ ਪਰਮਾਤਮਾ, ਆਪਣੀ ਸ਼ਰਨ ਵਿੱਚ ਮੈਨੂੰ ਵੀ ਥਾਂ ਦੇ, ਆਪਣੀ ਸ਼ਰਨ ਵਿੱਚ ਮੈਨੂੰ ਰੱਖ ਲੈ। ਅਗਲਾ ਸ਼ਲੋਕ। ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ ਆਵਦ ਹੈ। ਮ੍ਰਿਗੀ, ਮ੍ਰਿਗ ਨਾਮ ਹੈ ਹਿਰਨ ਦਾ, ਤੇ ਮ੍ਰਿਗੀ ਤੋਂ ਭਾਵ ਹੈ ਹਿਰਨੀ। ਮ੍ਰਿਗੀ ਪੇਖੰਤ, ਸਤਿਗੁਰੂ ਜੀ ਨੇ ਹੁਣ ਜਦੋਂ ਗੱਲ ਕੀਤੀ ਨਾ ਕਿ ਪਰਮਾਤਮਾ ਕਿਵੇਂ ਜੀਵਾਂ ਦੀ ਰੱਖਿਆ ਕਰਦਾ ਹੈ, ਜਿਸ ਨੂੰ ਪਰਮਾਤਮਾ ਰੱਖ ਲਵੇ, ਦੁਨੀਆ ਦੀ ਕੋਈ ਤਾਕਤ ਉਹਦਾ ਵਾਲ ਵਿੰਗਾ ਨਹੀਂ ਕਰ ਸਕਦੀ। ਇਹ ਦ੍ਰਿੜ ਵਿਸ਼ਵਾਸ ਆਪਣੇ ਜੀਵਨ ਵਿੱਚ ਲੈ ਕੇ ਆ ਜਾਣਾ। ਜਿਸ ਨੂੰ ਪਰਮਾਤਮਾ ਰੱਖ ਲਵੇ, ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਉਹਨੂੰ ਤੱਤੀ ਵਾਹ ਨਹੀਂ ਲੱਗ ਸਕਦੀ। ਸਤਿਗੁਰੂ ਜੀ ਨੇ ਇੱਥੇ ਇੱਕ ਉਦਾਹਰਣ ਦਿੱਤੀ। ਕਹਿੰਦੇ ਇੱਕ ਸ਼ਿਕਾਰੀ ਸ਼ਿਕਾਰ ਕਰਦਿਆਂ ਹੋਇਆਂ, ਜਿਹਨੂੰ ਕਈ ਸਾਲ ਹੋ ਗਏ ਹਨ, ਬੜਾ ਤਜਰਬਾ ਹੈ, ਹਿਰਨੀ ਨੂੰ ਮਾਰਨ ਵਾਸਤੇ ਜੰਗਲ ਵਿੱਚ ਗਿਆ। ਸਾਹਮਣੇ ਹਿਰਨੀ ਤੇ ਉਹਦੀ ਨਜ਼ਰ ਪੈ ਗਈ। ਮ੍ਰਿਗੀ ਪੇਖੰਤ, ਹਿਰਨੀ ਨੂੰ ਵੇਖ ਕੇ, ਆਪਣੀ ਦ੍ਰਿਸ਼ਟੀ ਵਿੱਚ ਰੱਖ ਕੇ, ਆਪਣੇ ਨਿਸ਼ਾਨੇ ਵਿੱਚ ਰੱਖ ਕੇ, ਬਧਿਕ ਪ੍ਰਹਾਰੇਣ, ਬਧਿਕ ਸ਼ਿਕਾਰੀ, ਪ੍ਰਹਾਰੇਣ ਪ੍ਰਹਾਰ ਕਰਦਾ ਹੈ, ਤੀਰ ਚਲਾਉਂਦਾ ਹੈ, ਸ਼ਸਤਰ ਛੱਡਦਾ ਹੈ। ਲਖ ਆਵਦ ਹੈ, ਆਵਦ ਕਹਿੰਦੇ ਹਨ ਸ਼ਸਤਰ ਨੂੰ। ਸ਼ਿਕਾਰੀ ਲੱਖ, ਲੱਖ ਦਾ ਭਾਵ ਹੈ ਨਿਸ਼ਾਨਾ ਲਾ ਕੇ। ਲੱਖ ਬਾਣੀ ਵਿੱਚ ਜਿੱਥੇ ਗਿਣਤੀ ਵਾਸਤੇ ਛੱਡ ਜਾਸੇ ਲੱਖ ਕਰੋੜ, ਲੱਖ ਦੀ ਗਿਣਤੀ ਵਾਸਤੇ ਆਇਆ ਹੈ, ਉੱਥੇ ਹੀ ਲੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਵੇਂ ਅਸੀਂ ਪੜ੍ਹਦੇ ਹਾਂ ਨਾ, ਭਾਈ ਸਾਹਿਬ ਜੀ ਨੇ ਵੀ ਵਰਤਿਆ, ਲੱਖ ਨਾ ਸਕੈ ਜਾਂ ਅਲੱਖ ਨਾ ਲਖਿਆ ਜਾਏ। ਅਲੱਖ ਐੜਾ ਲੱਗ ਗਿਆ, ਅਲੱਖ ਵੇਖਿਆ ਨਹੀਂ ਜਾ ਸਕਦਾ। ਲੱਖ ਦਾ ਭਾਵ ਹੈ ਵੇਖਣਾ, ਤੇ ਲੱਖ ਗਿਣਤੀ ਵਾਲਾ ਵੀ ਹੈ। ਗੁਰੂ ਸਾਹਿਬ ਆਖਦੇ, ਕਹਿੰਦੇ ਉਸ ਸ਼ਿਕਾਰੀ ਨੇ ਬੜਾ ਨਿਸ਼ਾਨਾ ਲਾ ਕੇ ਤੇ ਉਸ ਹਿਰਨੀ ਦੇ ਉੱਤੇ ਤੀਰ ਛੱਡਿਆ, ਸ਼ਸਤਰ ਛੱਡਿਆ। ਪਰ ਸਤਿਗੁਰੂ ਆਖਦੇ, ਕਹਿੰਦੇ ਜੇ ਉਸ ਹਿਰਨੀ ਦੀ ਜਾਨ ਪਰਮਾਤਮਾ ਨੇ ਬਚਾਉਣੀ ਹੈ, ਜੇ ਉਸ ਹਿਰਨੀ ਦੀ ਮੌਤ ਦਾ ਹੁਕਮ ਹਲੇ ਨਹੀਂ ਆਇਆ, ਸਤਿਗੁਰੂ ਕਹਿੰਦੇ ਅਹੋ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਿ ਤੇ। ਅਹੋ, ਅਹੋ ਨੂੰ ਬੁਲਾਉਣ ਦੇ ਨਾਲ ਇੱਕ ਵਿਸਮਾਦ ਦਾ ਭਾਵ ਆਪਣੇ ਅੰਦਰ ਲੈ ਕੇ ਆਉਣਾ ਹੈ। ਅਹੋ ਇੰਝ ਪੜ੍ਹਨਾ ਹੈ। ਅਹੋ ਦਾ ਭਾਵ ਹੈ ਵਾਹ ਵਾਹ, ਹੇ ਪਰਮਾਤਮਾ ਵਾਹ ਹੈ ਤੇਰੀ ਲੀਲਾ, ਤੇਰੀ ਕੁਦਰਤ ਵਾਹ ਹੈ, ਤੇਰਾ ਹੁਕਮ ਵਾਹ ਹੈ। ਇਧਰ ਸ਼ਿਕਾਰੀ ਨੇ ਤੇ ਬੜੇ ਨਿਸ਼ਾਨੇ ਲਾ ਕੇ, ਬੜੀ ਇਕਾਗਰਤਾ ਦੇ ਨਾਲ ਉਸ ਹਿਰਨੀ ਨੂੰ ਮਾਰਨਾ ਚਾਹਿਆ, ਪਰ ਪਰਮਾਤਮਾ ਵਾਹ ਹੈ ਤੂੰ, ਵਾਹ ਹੈ ਤੇਰੀ ਕੁਦਰਤ, ਵਾਹ ਹੈ ਤੇਰਾ ਹੁਕਮ, ਕਿਉਂਕਿ ਜਸ ਰਖੇਣ ਗੋਪਾਲ ਹੈ। ਜਿਸ ਦੀ ਰਾਖੀ ਪਰਮਾਤਮਾ ਕਰਦਾ ਹੋਵੇ, ਨਾਨਕ ਰੋਮ ਨਾ ਛੇਦਿਆ ਤੇ, ਉਸ ਦਾ ਰੋਮ ਛੇਦਿਆ ਨਹੀਂ ਜਾਂਦਾ, ਭਾਵ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਵਾ। ਤਾਂ ਹੀ ਤੇ ਕਹਿੰਦੇ ਪਿਆਰਿਓ ਕਿ ਪਰਮਾਤਮਾ ਦੇ ਨਾਲ ਜੁੜੋ, ਉਹਨੂੰ ਆਪਣੇ ਹਿਰਦੇ ਵਿੱਚ ਵਸਾਓ। ਜੇ ਉਹਦਾ ਸਿਮਰਨ ਕਰੋਗੇ, ਉਹਦੀ ਬੰਦਗੀ ਕਰੋਗੇ, ਤੇ ਯਕੀਨ ਜਾਣਨਾ ਪਰਮਾਤਮਾ ਦੀ ਭਗਤੀ ਦੇ ਵਿੱਚ ਇਤਨੀ ਤਾਕਤ ਹੈ, ਦੁਨੀਆ ਭਰ ਦੇ ਲੋਕ ਭਾਵੇਂ ਸਾਡੇ ਨਾਲ ਵੈਰ ਕਰਨ, ਭਾਵੇਂ ਧਰੋ ਕਮਾਣ, ਭਾਵੇਂ ਮੁਸੀਬਤਾਂ ਸਾਡੀ ਤਰਫ ਭੇਜਣ, ਸਾਡੇ ਲਈ ਕਾਰਨ ਬਣ ਜਾਣ ਮੁਸੀਬਤਾਂ ਦਾ, ਪਰ ਜੇ ਪਰਮਾਤਮਾ ਰੱਖ ਲਵੇ ਤੇ ਕੋਈ ਮੁਸੀਬਤ, ਕੋਈ ਵਿਪਤਾ ਉਹਦੇ ਭਗਤਾਂ ਦਾ ਵਾਲ ਵਿੰਗਾ ਨਹੀਂ ਕਰ ਸਕਦੀ। ਮੈਂ ਇੱਥੇ ਇੱਕ ਇਤਿਹਾਸ ਦਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂ। ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦੀ ਇਹ ਬਾਣੀ ਤੁਸੀਂ ਵਿਚਾਰ ਰਹੇ ਹੋ ਨਾ, ਉਹਨਾਂ ਨੂੰ ਪਤਾ ਚੱਲਿਆ ਵੀ ਸੁਲਹੀ ਖਾਨ ਅੰਮ੍ਰਿਤਸਰ ਦੇ ਉੱਤੇ ਹਮਲਾ ਕਰਨ ਵਾਸਤੇ ਆ ਰਿਹਾ ਹੈ, ਤੇ ਉੱਥੇ ਗੁਰਸਿੱਖਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ। 3 ਪ੍ਰਸਤਾਵ ਉਹਦੇ ਵਿੱਚ ਸਤਿਗੁਰੂ ਦੇ ਅੱਗੇ ਰੱਖੇ ਗਏ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਕਿ ਉਹਨੂੰ ਚਿੱਠੀ ਲਿਖੀ ਜਾਵੇ ਸੁਲਹੀ ਖਾਨ ਨੂੰ। ਸਤਿਗੁਰੂ ਕਹਿੰਦੇ ਨਹੀਂ। ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ। ਦੂਸਰਾ ਪ੍ਰਸਤਾਵ ਦਿੱਤਾ ਗਿਆ ਕਿ 2 ਸਿਆਣੇ ਲੋਕ ਭੇਜੇ ਜਾਣ, ਜਿਹੜੇ ਆਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਨ। ਸਤਿਗੁਰੂ ਕਹਿੰਦੇ ਨਹੀਂ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਤੀਸਰਾ ਮਤਾ ਇਹ ਪਕਾਇਆ ਗਿਆ ਕਿ ਕੋਈ ਆਪ ਹੀ ਹੀਲਾ ਕਰੀਏ, ਆਪ ਹੀ ਵਸੀਲਾ ਕਰੀਏ, ਆਪ ਹੀ ਉਪਾਏ ਕਰੀਏ।
सतगुरु कहते मैनू पूरा भरोसा परमात्मा दे उत्ते है, मैं सब किछ छोड़ प्रभ तू ही ते आया। अहो जस्य रखेण गोपाल है, नानक रोम न छेद्य ते। हुण इहदा परिणाम की होया, इहदा फल की होया? सुलही ते नारायण राख, सुलही काक हाथ कहीं न पहुँचे, सुलही होए मुआ नापाक। ਅੰਮ੍ਰਿਤਸਰ ਤੇ ਹਮਲਾ ਕਰਨ ਵਾਸਤੇ ਆ ਰਿਹਾ ਸੀ, ਅਧਵਾਟੇ ਹੀ ਉਹਦੀ ਮੌਤ ਹੋ ਗਈ। ਪੱਠੇ ਘੋੜੇ ਸਮੇਤ ਪੱਠੇ ਦੇ ਵਿੱਚ ਚਲਾ ਗਿਆ। ਪ੍ਰਿਥੀ ਚੰਦ ਜਿਹੜਾ ਉਹਨੂੰ ਵਰਗਲਾ ਕੇ ਲਿਆਇਆ ਸੀ, ਹੱਥ ਮਲਦਾ ਰਹਿ ਗਿਆ। ਇਹ ਕੀ ਹੈ? ਅਹੋ ਜस्य ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਿਅਤੇ। ਬਹੁ ਜਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰਦਿਸ਼ ਹੈ। ਹੁਣ ਦੂਸਰੇ ਪਾਸੇ ਪਾਤਸ਼ਾਹ ਕਹਿੰਦੇ ਉਹ ਇਨਸਾਨ ਜਿਹਨੂੰ ਆਪਣੀ ਤਾਕਤ ਦੇ ਉੱਤੇ, ਆਪਣੀਆਂ ਫੌਜਾਂ ਦੇ ਉੱਤੇ, ਆਪਣੇ ਬਲ ਦੇ ਉੱਤੇ ਮਾਣ ਹੈ, ਉਹਦੇ ਉੱਤੇ ਵਿਸ਼ਵਾਸ ਹੈ। ਇੱਕ ਤੇ ਉਹ ਸੀ ਨਾ, ਉਹ ਹਿਰਨੀ ਜਿਹਦਾ ਭਰੋਸਾ ਰੱਬ ਦੇ ਉੱਤੇ ਸੀ, ਉਹਦੀ ਤਰਫ ਆਉਣ ਵਾਲੇ ਹਰੇਕ ਤੀਰ ਨੂੰ ਪਰਮਾਤਮਾ ਨੇ ਰੋਕ ਦਿੱਤਾ। ਇਹਦੇ ਪਿੱਛੇ ਹੁਣ ਸਾਖੀ ਵੀ ਹੈ, ਬਿਧ ਬਣਾ ਦਿੱਤੀ, ਪਰ ਮੈਂ ਉਹ ਪੱਖ ਨਾ ਲਵਾਂ। ਅਗਲੇ ਸ਼ਲੋਕ ਵਿੱਚ ਸਤਿਗੁਰੂ ਆਖਦੇ, ਕਹਿੰਦੇ ਪਰਮਾਤਮਾ ਐਸੇ ਲੋਕ ਵੀ ਹਨ ਸੰਸਾਰ ਦੇ ਵਿੱਚ ਜਿਹੜੇ ਬਹੁਤ ਯਤਨ ਕਰਦੇ ਹਨ। ਕੋਈ ਬੰਦਾ ਐਸਾ ਹੈ ਜਿਹੜਾ ਬੜੇ ਯਤਨ ਕਰ ਰਿਹਾ ਹੋਵੇ, ਬਹੁਤ ਯਤਨ ਕਰਤਾ। ਬਲਵੰਤਕਾਰੀ, ਬੜਾ ਬਲਵੰਤਕਾਰੀ ਭਾਵ ਬਲਵਾਨ ਹੋਵੇ, ਤਾਕਤ ਵੀ ਬੜੀ ਹੈ ਉਹਦੇ ਕੋਲ। ਸੇਵੰਤ ਸੂਰਾ ਚਤੁਰਦਿਸ਼ ਹੈ, ਤੇ ਚਾਰੇ ਪਾਸੇ ਤੋਂ ਸੂਰਮੇ ਉਹਦੀ ਸੇਵਾ ਵਿੱਚ ਲੱਗੇ ਹੋਣ। ਜਿਹਨੂੰ ਅੱਜ ਅਸੀਂ ਆਖਦੇ ਵੀ ਬਾਡੀਗਾਰਡ, ਚਾਰੇ ਪਾਸੇ ਹਨ, Z+ ਸਿਕਿਉਰਿਟੀ ਮਿਲੀ ਹੋਈ ਹੈ। ਤੇ ਉਹਨੂੰ ਲੱਗਦਾ ਹੈ ਕਿ ਹੁਣ ਮੇਰਾ ਕੋਈ ਕੁਝ ਵਿਗਾੜ ਨਹੀਂ ਸਕਦਾ, ਹੁਣ ਮੈਨੂੰ ਕੋਈ ਮਾਰ ਨਹੀਂ ਸਕਦਾ। ਸਤਿਗੁਰੂ ਆਖਦੇ, ਬਿਖਮ ਥਾਨ ਬਸੰਤ ਊਚ ਹੈ, ਨਹ ਸਿਮਰੰਤ ਮਰਣੰ ਕਦਾਂਚ ਹੈ। ਜੋ ਬੜੇ ਔਖੇ ਥਾਂ ਤੇ ਵਸਦਾ ਹੋਵੇ, ਐਸੀ ਥਾਂ ਤੇ ਜਿੱਥੇ ਬੰਦਾ ਪਹੁੰਚ ਹੀ ਨਾ ਸਕੇ ਕੋਈ ਹੋਰ, ਕਿਸੇ ਬੜੇ ਬਿਖੜੇ ਥਾਂ ਤੇ ਆਪਣਾ ਘਰ ਬਣਾ ਲਵੇ, ਚਾਰੇ ਪਾਸੇ ਸੂਰਮਿਆਂ ਦੀ ਫੌਜ ਲਗਾ ਲਵੇ। ਨਹ ਸਿਮਰੰਤ ਮਰਣੰ ਕਦਾਂਚ ਹੈ, ਤੇ ਮੌਤ ਨੂੰ ਭੁਲਾ ਦਿੱਤਾ ਇਹਨੇ, ਮੌਤ ਨੂੰ ਚੇਤੇ ਹੀ ਨਹੀਂ ਕਰਦਾ, ਮੌਤ ਨੂੰ ਯਾਦ ਹੀ ਨਹੀਂ ਕਰਦਾ। ਸਤਿਗੁਰੂ ਆਖਦੇ, ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ ਤੇ। ਪਰ ਹੈ ਨਾਨਕ, ਇਤਨੀ ਵੱਧ ਸੁਰੱਖਿਆ ਦੇ ਵਿੱਚ, ਇਤਨੀ ਸਿਕਿਉਰਿਟੀ ਦੇ ਵਿੱਚ ਰਹਿਣ ਵਾਲਾ ਇਨਸਾਨ ਜਿਹੜਾ ਮੌਤ ਨੂੰ ਭੁਲਾ ਕੇ ਬਹਿ ਗਿਆ ਸੀ, ਜੇ ਭਗਵਾਨ ਪੁਰਖ ਹੈ ਭਾਵ ਉਸ ਅਕਾਲ ਪੁਰਖ ਦੀ ਆਗਿਆ ਹੋ ਜਾਵੇ ਨਾ, ਤੇ ਕਿਸੇ ਸ਼ਸਤਰ ਦੀ ਲੋੜ ਨਹੀਂ, ਕਿਸੇ ਸੂਰਮੇ ਦੀ ਲੋੜ ਨਹੀਂ, ਕਿਸੇ ਦੁਸ਼ਮਣ ਦੀ ਲੋੜ ਨਹੀਂ। ਨਾਨਕ ਕੀਟੀ ਸਾਸ ਅਕਰਖ ਤੇ। ਇੱਕ ਕੀੜੀ ਹੀ, ਇੱਕ ਮੱਛਰ ਹੀ, ਇੱਕ ਕੀੜਾ ਹੀ ਉਹਦੇ ਸਵਾਸਾਂ ਨੂੰ ਖਿੱਚ ਲੈਂਦਾ ਹੈ, ਭਾਵ ਪਰਮਾਤਮਾ ਦੇ ਹੁਕਮ ਦੇ ਵਿੱਚ ਇੱਕ ਕੀੜੀ ਹੀ ਉਹਦੇ ਪ੍ਰਾਣ ਖਿੱਚ ਲੈਂਦੀ ਹੈ। ਕਿਸੇ ਸ਼ਸਤਰ ਤੋਂ ਉਹਦੀ ਮੌਤ ਨਹੀਂ ਹੁੰਦੀ, ਇੱਕ ਕੀੜੀ ਉਹਦੇ ਮੌਤ ਦਾ ਕਾਰਨ ਬਣ ਜਾਂਦੀ ਹੈ। ਇਸ ਕਰਕੇ ਮੈਂ ਬੇਨਤੀ ਕਰਾਂ, ਬਾਣੀ ਨੇ ਸਾਨੂੰ ਵਾਰ-ਵਾਰ ਇੱਕ ਗੱਲ ਸਮਝਾਈ, ਕਹਿੰਦੇ ਵਿਸ਼ਵਾਸ ਭਰੋਸਾ ਹੋਵੇ ਤੇਰੇ ਕੋਲ ਰੱਬ ਦਾ। ਸਿਦਕ ਹੋਵੇ ਕਿ ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਮਾਰਨ ਵਾਲਾ, ਰੱਖਣ ਵਾਲਾ ਕੇਵਲ ਰੱਬ ਆਪ ਹੈ, ਬੰਦਿਆਂ ਦੇ ਵਸ ਵਿੱਚ ਕੁਛ ਵੀ ਨਹੀਂ। ਅਗਲਾ ਸ਼ਲੋਕ ਕਰੀਏ ਜੀ। ਸ਼ਬਦੰ ਰਤੰ ਹਿਤੰ ਮਇਆ, ਕੀਰਤੰ ਕਲੀ ਕਰਮ ਕ੍ਰਿਤਵਾ। ਸ਼ਬਦੰ ਰਤੰ, ਗੁਰੂ ਦੇ ਸ਼ਬਦ ਦੇ ਵਿੱਚ ਰਤਨ ਦਾ ਭਾਵ ਹੈ ਰਤੀ, ਪਿਆਰ। ਗੁਰੂ ਦੇ ਸ਼ਬਦ ਵਿੱਚ ਪ੍ਰੀਤੀ, ਗੁਰੂ ਦੇ ਸ਼ਬਦ ਨਾਲ, ਗੁਰਬਾਣੀ ਨਾਲ ਪਿਆਰ। ਹਿਤੰ ਮਇਆ, ਮਇਆ ਕਹਿੰਦੇ ਹਨ ਜੀ ਕਿਰਪਾ ਨੂੰ, ਤਰਸ ਨੂੰ। ਹਿਤੰ ਮਇਆ, ਇਹਦੇ ਅਰਥ ਵਿਦਵਾਨਾਂ ਨੇ ਕੀਤੇ ਹਨ ਕਿ ਜੀਵਾਂ ਤੇ ਦਇਆ, ਜੀਵਾਂ ਦੇ ਲਈ ਪ੍ਰੇਮ। ਜੀਵ ਦਇਆ ਦੇ ਨਾਲ ਜਿਹਦਾ ਪ੍ਰੇਮ ਹੋਵੇ, ਜਿਹੜਾ ਇਹ ਸੋਚਦਾ ਹੋਵੇ ਵੀ ਮੈਂ ਜੀਵਾਂ ਤੇ ਦਇਆ ਕਰਨੀ ਹੈ, ਪਰਉਪਕਾਰ ਕਰਨਾ ਹੈ। ਤੇ ਕੀਰਤਨ ਕਲੀ ਕਰਮ ਕ੍ਰਿਤੁਆ, ਪਰਮਾਤਮਾ ਦੀ ਕੀਰਤੀ ਇਸ ਜਗਤ ਦੇ ਵਿੱਚ ਜੋ ਮਨੁੱਖ ਇਹ 3 ਕੰਮ ਕਰਦਾ ਹੈ, ਗੁਰੂ ਦੇ ਸ਼ਬਦ ਵਿੱਚ ਪਿਆਰ ਪਾਉਂਦਾ ਹੈ, ਜੀਵਾਂ ਤੇ ਦਇਆ ਕਰਦਾ ਹੈ, ਅਤੇ
ਇਸ ਸੰਸਾਰ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਸਤਿਗੁਰੂ ਆਖਦੇ ਹਨ ਕਿ ਇਹਨਾਂ ਕਰਮਾਂ ਨੂੰ ਕਰਨ ਤੋਂ ਬਾਅਦ, ਮੈਂ ਫਿਰ ਬੇਨਤੀ ਕਰਾਂ, ਗੁਰੂ ਦੇ ਸ਼ਬਦ ਵਿੱਚ, ਗੁਰਬਾਣੀ ਵਿੱਚ ਪਿਆਰ, ਆਪ ਜੀ ਦਾ ਪਿਆਰ ਹੈ। ਦੇਖੋ ਆਪ ਇਸ ਸਮੇਂ ਜੁੜੇ ਹੋਏ ਹੋ, ਜਿਗਿਆਸਾ ਹੈ ਨਾ, ਗੁਰੂ ਨੇ ਕਿਰਪਾ ਕੀਤੀ, ਸ਼ਬਦ ਦੀ ਪਿਆਸ ਅੰਦਰ ਲਗਾ ਦਿੱਤੀ। ਇਸੇ ਤਰ੍ਹਾਂ ਜੀਵਾਂ ਦੇ ਉੱਤੇ ਤਰਸ ਵਾਲੀ ਭਾਵਨਾ, ਕਿਸੇ ਦਾ ਦੁੱਖ ਨਾ ਦੇਖ ਸਕਣਾ, ਉਸ ਦੇ ਦੁੱਖ ਨੂੰ ਸੁੱਖ ਵਿੱਚ ਬਦਲਣ ਦਾ ਆਪਣੇ ਵੱਲੋਂ ਜਿਤਨਾ ਯਤਨ ਹੋਵੇ ਕਰਨਾ, ਤੇ ਨਾਲ ਨਾਲ ਸਭ ਕੁਝ ਕਰਕੇ ਰੱਬ ਦੀ ਕੀਰਤੀ ਕਰਨੀ। ਇਹ ਨਹੀਂ ਕਹਿਣਾ ਮੈਂ ਕੀਤਾ, ਰੱਬ ਦਾ ਉਪਕਾਰ ਮੰਨਣਾ। ਜਿਹੜਾ ਮਨੁੱਖ ਆਪਣੇ ਜੀਵਨ ਦੇ ਵਿੱਚ ਇਹ ਕਰਮ ਕਰਦਾ ਹੈ, ਮਿਟੰਤ ਤਤਰਾਗਤ ਪਰਮ ਮੋਹੰ। ਤਤਰਾਗਤ, ਤਤਰ ਆਗਤ ਭਾਵ ਉੱਥੇ ਆਏ ਹੋਏ, ਉਹਦੇ ਜੀਵਨ ਦੇ ਵਿੱਚ ਆਏ ਹੋਏ, ਭਾਵ ਉਹਦੇ ਜੀਵਨ ਵਿੱਚ ਬਣੇ ਹੋਏ ਭਰਮ ਅਤੇ ਮੋਹ ਮਿਟ ਜਾਂਦੇ ਹਨ। ਇੱਕ ਬੜਾ ਸਰਲ ਤਰੀਕਾ ਮਿਲ ਗਿਆ ਸਾਨੂੰ ਅੱਜ ਕਿ ਮੈਂ ਆਪਣੇ ਜੀਵਨ ਵਿੱਚੋਂ ਅਗਰ ਭਰਮ ਨੂੰ ਤੇ ਮੋਹ ਨੂੰ ਮਿਟਾਉਣਾ ਹੈ ਤੇ ਮੈਨੂੰ 3 ਕੰਮ ਕਰਨੇ ਪੈਣਗੇ। ਮੈਨੂੰ ਗੁਰਬਾਣੀ ਵਿੱਚ ਪਿਆਰ ਪਾਉਣਾ ਪਵੇਗਾ। ਆਪ ਨਾਲ ਨੋਟ ਜ਼ਰੂਰ ਕਰਨਾ ਇਹਨਾਂ ਵਿਚਾਰਾਂ ਨੂੰ। ਮੈਂ ਗੁਰਸ਼ਬਦ ਵਿੱਚ, ਗੁਰਬਾਣੀ ਵਿੱਚ ਪਿਆਰ ਪਾ ਲਵਾਂ, ਜੀਵਾਂ ਦੇ ਲਈ ਮੇਰਾ ਵਿਵਹਾਰ ਚੰਗਾ ਬਣ ਜਾਵੇ, ਭਾਵ ਤਰਸ ਵਾਲਾ ਵਿਵਹਾਰ ਆ ਜਾਵੇ, ਪਰਉਪਕਾਰ ਮੇਰੇ ਅੰਦਰੋਂ ਨਿਕਲੇ, ਤੇ ਨਾਲ ਮੈਂ ਰੱਬ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਵਾਂ। ਸਤਿਗੁਰੂ ਆਖਦੇ, ਕਹਿੰਦੇ, ਇਹ 3 ਕਰਮ ਜਿਸ ਜੀਵਨ ਵਿੱਚ ਹੋਣਗੇ, ਉਸ ਜੀਵਨ ਦੇ ਵਿੱਚ ਨਾ ਭਰਮ ਹੋਵੇਗਾ ਤੇ ਨਾ ਮੋਹ ਹੋਵੇਗਾ। ਭਗਵਾਨ ਰਮਣੰ ਸਰਬਤਰ ਥਾਨਯੰ। ਤੇ ਉਹਦੇ ਕੋਲ ਇੱਕ ਬਖਸ਼ਿਸ਼ ਆ ਜਾਵੇਗੀ ਪਰਮਾਤਮਾ ਦੀ, ਕਿ ਉਹਨੂੰ ਭਗਵਾਨ ਪਰਮਾਤਮਾ ਰਮਣੰ ਰਮਿਆ ਹੋਇਆ, ਸਰਬਤਰ ਥਾਨਯੰ, ਉਹਨੂੰ ਹਰ ਥਾਂ ਤੇ ਹਰ ਜਗ੍ਹਾ ਤੇ ਪਰਮਾਤਮਾ ਦ੍ਰਿਸ਼ਟਮਾਨ ਨਜ਼ਰ ਆਵੇਗਾ, ਭਾਵ ਪਰਮਾਤਮਾ ਵਿਆਪਕ ਦਿਸੇਗਾ। ਇਹਦਾ ਉਚਾਰਨ ਥਾਨਯੰ ਕਰਨਾ ਹੈ। ਥਾਨਯੰ, ਨੰਨੇ ਦੀ ਸਿਹਾਰੀ ਵੀ ਬੁਲਾਈ ਜਾਏਗੀ ਤੇ ਪੈਰ ਦੇ ਵਿੱਚ ਯਈਆ ਵੀ ਬੁਲਾਇਆ ਜਾਵੇਗਾ। ਉਚਾਰਨ ਬਣੇਗਾ ਭਗਵਾਨ ਰਮਣੰ, ਵਿਸ਼ਰਾਮ ਦੇ ਦੋ, ਸਰਬਤਰ ਥਾਨਯੰ। ਇਹਨੂੰ ਸਰਬਤਰ ਨਹੀਂ ਪੜਨਾ, ਸਰਬਤਰ ਪੈਰ ਦੇ ਵਿੱਚ ਹੈ ਤੱਤਾ, ਰਾਰਾ, ਤੱਤੇ ਦੇ ਪੈਰ ਵਿੱਚ ਰਾਰਾ ਹੈ। ਸਰਬਤਰ ਥਾਨਯੰ, ਸਭ ਥਾਵਾਂ ਤੇ ਉਹਨੂੰ ਪਰਮਾਤਮਾ ਨਜ਼ਰ ਆਉਂਦਾ ਹੈ। ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ। ਹੇ ਪਰਮਾਤਮਾ, ਹੁਣ ਤੇਰਾ ਵਾਸਾ ਕਿੱਥੇ ਹੈ? ਜਦੋਂ ਗੁਰੂ ਅਰਜੁਨ ਦੇਵ ਜੀ ਤੋਂ ਪੁੱਛੋ ਨਾ ਕਿ ਪਰਮਾਤਮਾ ਕਿੱਥੇ ਵਸਦਾ ਹੈ, ਤੇ ਜੋ ਬੋਲ ਇੱਥੇ ਕਹੇ ਨਾ, ਇਹੀ ਬੋਲ ਸੁਖਮਨੀ ਸਾਹਿਬ 'ਚ ਕਹੇ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਇੱਥੇ ਆਖਦੇ, ਕਹਿੰਦੇ ਬਸੰਤ ਸਾਧ ਰਸਨਾ, ਪਰਮਾਤਮਾ ਸਾਧੂਆਂ ਦੀ ਰਸਨਾ ਤੇ ਬੈਠਾ ਹੋਇਆ ਹੈ। ਪਰਮਾਤਮਾ ਦਾ ਵਾਸਾ ਉਹਦੇ ਭਗਤਾਂ ਦੀ ਰਸਨਾ ਦੇ ਉੱਤੇ ਹੈ, ਤੇ ਤੇਰਾ ਦੀਦਾਰ, ਤੇਰੀ ਕਿਰਪਾ ਦੀ ਦ੍ਰਿਸ਼ਟੀ ਕਦੇ ਨੇਫਲ ਨਹੀਂ ਹਨ। ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ, ਤੇਰੀ ਦ੍ਰਿਸ਼ਟੀ ਤੇ ਤੇਰਾ ਜੋ ਦਰਸ਼ਨ ਹੈ ਅਮੋਘ ਹੈ। ਅਮੋਘ ਦਾ ਭਾਵ ਹੈ ਜੋ ਕਦੀ ਵੀ ਫੇਲ ਨਾ ਹੋਵੇ, ਜੋ ਕਦੀ ਵੀ ਅਸਫਲ ਨਾ ਹੋਵੇ, ਭਾਵ ਸਦਾ ਹੀ ਫਲ ਦੇਣ ਵਾਲਾ। ਤਾਂ ਹੀ ਤੇ ਰੱਬ ਦੇ ਦਰਸ਼ਨਾਂ ਨੂੰ, ਗੁਰੂ ਦੇ ਦਰਸ਼ਨਾਂ ਨੂੰ ਸਫਲ ਦਰਸ਼ਨ ਕਿਹਾ ਹੈ। ਤੇ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੀ ਪ੍ਰਸ਼ਾਦ ਦੀ ਮਰਿਆਦਾ ਹੈ ਨਾ, ਕਿ ਕੋਈ ਵੀ ਦੁਨੀਆ ਦਾ ਵਿਅਕਤੀ, ਕੋਈ ਵੀ ਸੰਸਾਰ ਦਾ ਬੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਗੁਰੂ ਘਰ ਦੇ ਵਿੱਚ ਆਵੇ, ਗੁਰਦੁਆਰੇ ਵਿੱਚ ਆਵੇ, ਤੇ ਆਉਂਦਾ ਖਾਲੀ ਹੱਥ ਹੈ, ਲੇਕਿਨ ਜਾਣ ਲੱਗਿਆਂ ਉਹਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈ। ਕਿਧਰੇ ਤੇ ਸਾਰਾ ਦਿਨ ਦੇਗ ਮਿਲਦੀ ਹੈ, ਕੜਾਹ ਪ੍ਰਸ਼ਾਦ, ਤੇ ਜਿਨ੍ਹਾਂ ਥਾਵਾਂ ਤੇ ਕੜਾਹ ਪ੍ਰਸ਼ਾਦ ਨਹੀਂ, ਮਿੱਠਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਉਹਨੂੰ ਖਾਲੀ ਨਹੀਂ ਭੇਜਿਆ ਜਾਂਦਾ ਕਦੀ ਵੀ। ਇਹਦਾ ਕਾਰਨ ਹੈ ਕਿ ਜਿਹਨੇ ਗੁਰੂ ਦੇ ਦਰਸ਼ਨ ਕਰ ਲਏ, ਉਹਦੇ ਕੋਲ ਮਿਠਾਸ ਆਵੇਗੀ ਆਵੇਗੀ। ਜਿਹਨੇ ਗੁਰੂ ਦੇ ਦੀਦਾਰ ਕਰ ਲਏ, ਉਹ ਖਾਲੀ ਹੱਥ ਨਹੀਂ ਜਾਵੇਗਾ, ਉਹ ਕੁਝ ਨਾ ਕੁਝ ਗੁਰੂ ਦੇ ਦਰ ਤੋਂ ਲੈ ਕੇ ਜਾਵੇਗਾ। ਸਤਿਗੁਰੂ ਇਹੀ ਬਚਨ ਆਖਦੇ, ਕਹਿੰਦੇ ਪਰਮਾਤਮਾ ਤੇਰੇ ਜਿਹੜੇ ਦਰਸ਼ਨ ਹਨ, ਤੇਰੀ ਜਿਹੜੀ ਦ੍ਰਿਸ਼ਟੀ ਹੈ, ਇਹ ਫਰਕ ਸਮਝਣ ਵਾਲਾ ਜੇ। ਰੱਬ ਦੀ ਸਾਡੇ ਉੱਤੇ ਦ੍ਰਿਸ਼ਟੀ ਪੈਂਦੀ ਹੈ ਤੇ ਅਸੀਂ ਰੱਬ ਦੇ ਦਰਸ਼ਨ ਕਰਦੇ ਹਾਂ। ਆਪ ਸਮਝਣਾ, ਮੈਂ ਵਿਸਥਾਰ ਨਹੀਂ ਕਰਨਾ ਇਸ ਸਮੇਂ। ਇਹ ਅਮੋਘ ਹਨ, ਸਫਲ ਹਨ।
ਤੇ ਸਤਿਗੁਰੂ ਆਖਦੇ ਕਹਿੰਦੇ ਪਰਮਾਤਮਾ ਉਂਝ ਤੂੰ ਵਸਦਾ ਕਿੱਥੇ ਹੈ? ਬਸੰਤ ਸਾਧ ਰਸਨਾ, ਤੂੰ ਸਾਧੂਆਂ ਦੀ ਰਸਨਾ ਤੇ ਬੈਠਾ ਹੈ। ਹਰ 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 ਹਰੇ ਨਾਨਕ ਪ੍ਰਿਯੰ ਜਾਪ ਜਪਨਾ। ਦੇਖੋ ਜਿਵੇਂ ਪਿੱਛੇ 5 ਵਾਰ ਹਰ ਹਰ ਆਇਆ ਸੀ, ਇੱਥੇ 3 ਵਾਰ ਆਇਆ ਹੈ ਤੇ ਮੈਂ ਵਿਸ਼ਰਾਮ ਦਿੱਤਾ ਹੈ ਹਰ ਹਰ, 2 ਬਾਅਦ ਰੁਕਿਆ ਹਾਂ। ਅੱਗੇ ਪੜਾਂਗੇ ਹਰ ਹਰੇ ਨਾਨਕ ਪ੍ਰਿਯੰ ਜਾਪ ਜਪਨਾ। ਗੁਰੂ ਅਰਜੁਨ ਦੇਵ ਜੀ ਆਖਦੇ ਕਿ ਹੇ ਹਰੀ, ਉਹਨਾਂ ਸੰਤ ਜਨਾਂ ਨੂੰ ਤੇਰਾ ਨਾਮ ਜਪਣਾ ਹੀ ਪ੍ਰਿਯੰਗ ਹੈ। ਪ੍ਰਿਯੰਗ ਦਾ ਭਾਵ ਪਿਆਰਾ ਲੱਗਦਾ ਹੈ। ਤੇਰੇ ਭਗਤ ਜਨ ਤੇਰਾ ਨਾਮ ਜਪਦੇ ਹਨ ਕਿਉਂਕਿ ਨਾਮ ਜਪਣਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸੀਰ ਨਖਯਤਰ ਗਗਨੰ। ਨਖਯਤਰ, ਇਹਨੂੰ ਨਖਯਤਰ ਨਹੀਂ ਪੜਨਾ, ਉਚਾਰਨ ਹੈ ਨਖਯਤਰ। ਨਖਯਤਰ ਜਿਹਦਾ ਅਰਥ ਹੁੰਦਾ ਹੈ ਤਾਰੇ, ਨਕਸ਼ਤਰ ਜਿਨ੍ਹਾਂ ਨੂੰ ਕਿਹਾ ਗਿਆ ਹੈ। ਹੁਣ ਗੁਰੂ ਅਰਜੁਨ ਦੇਵ ਜੀ ਨੇ ਇਸ ਸ਼ਲੋਕ ਦੇ ਵਿੱਚ, ਜੋ ਅਗਲਾ ਸ਼ਲੋਕ ਅਸੀਂ ਵਿਚਾਰ ਰਹੇ ਹਾਂ 9 ਨੰਬਰ ਦਾ, ਇਹਦੇ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਨੇ ਸੰਸਾਰ ਦੇ ਵਿੱਚ ਜਿਤਨੀਆਂ ਵੀ ਚੀਜ਼ਾਂ ਹਨ, ਭਾਵੇਂ ਉਹ ਗ੍ਰਹਿ ਹਨ, ਨਛੱਤਰ ਹਨ, ਤਾਰੇ ਹਨ, ਸਤਿਗੁਰੂ ਨੇ ਕਿਹਾ ਕਹਿੰਦੇ ਸਭ ਕੁਝ ਘਟਣ ਵਾਲਾ ਹੈ। ਭਾਵ ਸਭ ਕੁਝ ਆਪਣੇ ਅੰਤ ਦੇ ਵੱਲ ਵਧ ਰਿਹਾ ਹੈ। ਕੀ ਹੋਇਆ ਕਿ ਕਿਸੇ ਦਾ ਅੰਤ 10 ਦਿਨ ਬਾਅਦ ਹੈ, ਕਿਸੇ ਦਾ 10 ਸਾਲ ਬਾਅਦ ਹੈ ਤੇ ਕਿਸੇ ਦਾ 10 ਪੀੜ੍ਹੀਆਂ ਬਾਅਦ ਹੈ। ਮੁੱਕਦੀ ਗੱਲ ਤੇ ਇਹ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ। ਜੋ ਵੀ ਬਣਿਆ ਹੈ, ਜੋ ਵੀ ਉਪਜਿਆ ਹੈ, ਉਹਨੇ ਇੱਕ ਦਿਨ ਬਿਨਸਣਾ ਜ਼ਰੂਰ ਹੈ। ਇਹ ਬਿਨਸਣਾ ਕਈ ਵਾਰ 10 ਸਾਲਾਂ ਬਾਅਦ ਹੈ, 100 ਸਾਲਾਂ ਬਾਅਦ ਹੈ, ਕਈ ਵਾਰ ਲੱਖਾਂ ਸਾਲਾਂ ਬਾਅਦ ਹੈ, ਪਰ ਹਰ ਚੀਜ਼ ਬਿਨਸ ਰਹੀ ਹੈ। ਆਪ ਸਾਇੰਸ ਪੜ੍ਹੋ, ਸਾਇੰਸ ਵਿੱਚ ਸਾਫ਼ ਕਿਹਾ ਜਾਂਦਾ ਹੈ ਕਿ ਸਟਾਰਸ, ਤਾਰਿਆਂ ਦੀ ਮੌਤ ਹੁੰਦੀ ਹੈ, ਤਾਰੇ ਮਰ ਜਾਂਦੇ ਹਨ। ਸਾਇੰਸ ਨੇ ਵੀ ਇਹ ਗੱਲ ਸਿੱਧ ਕੀਤੀ। ਸਤਿਗੁਰੂ ਨੇ ਉਹੀ ਗੱਲ ਲਈ। ਸਤਿਗੁਰੂ ਕਹਿੰਦੇ ਘਟੰਤ ਰੂਪੰ, ਇਹ ਜੋ ਰੂਪ ਹੈ ਸਾਡਾ, ਇਹ ਰੂਪ ਨਾਸ਼ਵੰਤ ਹੈ, ਘਟ ਰਿਹਾ ਹੈ, ਦਿਨੋਂ ਦਿਨ ਘਟ ਰਿਹਾ ਹੈ। ਤੁਸੀਂ ਵੇਖੋ ਅੱਜ ਤੋਂ 10 ਸਾਲ ਪਹਿਲੇ ਜੋ ਸੁੰਦਰਤਾ, ਜੋ ਰੂਪ ਮੇਰੇ ਕੋਲ ਸੀ, ਅੱਜ ਮੇਰੇ ਕੋਲ ਨਹੀਂ। ਤੇ ਜੇ ਅੱਗੇ ਜੀਵਨ ਮਿਲਿਆ, ਆਉਣ ਵਾਲੇ 2, 3, 5 ਸਾਲਾਂ ਬਾਅਦ ਇਹ ਰੂਪ ਵੀ ਚਲਾ ਜਾਵੇਗਾ। ਭਾਵ ਸਾਡਾ ਰੂਪ ਦਿਨੋਂ ਦਿਨ ਘਟ ਰਿਹਾ ਹੈ। ਉਹੀ ਚਿਹਰਾ ਜਿਹੜਾ ਜਵਾਨੀ ਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ, ਤੇ ਜਦੋਂ ਜਵਾਨੀ ਚਲੀ ਗਈ, ਹੁਣ ਉਸ ਚਿਹਰੇ ਨੂੰ ਬੰਦਾ ਆਪ ਹੀ ਆਈਨੇ ਵਿੱਚ ਵੇਖ ਕੇ ਤੇ ਕਈ ਵਾਰ ਸੋਚਦਾ ਹੈ ਵੀ ਮੇਰੇ ਚਿਹਰੇ ਨੂੰ ਕੀ ਹੋ ਗਿਆ। ਰੂਪ ਸੀ, ਰੂਪ ਰਿਹਾ, ਲੇਕਿਨ ਸਮਾਂ ਗੁਜ਼ਰਨ ਦੇ ਨਾਲ ਨਾਲ ਰੂਪ ਘਟ ਗਿਆ। ਕੇਵਲ ਰੂਪ ਹੀ ਨਹੀਂ ਘਟਿਆ, ਜਿਸ ਸਰੀਰ ਨੂੰ ਇਹ ਰੂਪ ਚੜਿਆ ਸੀ, ਉਹ ਸਰੀਰ ਵੀ ਨਾਸ ਹੋਵੇਗਾ। ਗੁਰੂ ਜੀ ਆਖਦੇ ਘਟੰਤ ਰੂਪੰ ਘਟੰਤ ਦੀਪੰ। ਦੀਪੰ ਕਿਹਾ ਜਾਂਦਾ ਹੈ ਦਵੀਪਾਂ ਨੂੰ। ਇਹਨੂੰ ਤੁਸੀਂ ਕੰਟੀਨੈਂਟਸ ਕਹਿ ਲਵੋ, ਚਲੋ ਆਮ ਬੋਲੀ ਵਿੱਚ ਸਮਝਣ ਵਾਸਤੇ। ਵੈਸੇ ਜਜ਼ੀਰੇ ਕਹਿੰਦੇ ਹਨ, ਦਵੀਪ ਆਈਲੈਂਡਸ ਨੂੰ ਵੀ ਕਹਿੰਦੇ ਹਨ, ਪਰ ਅਸੀਂ ਇੱਕ ਸਿੰਪਲ ਜਿਹਾ ਇਹਦਾ ਅਰਥ ਲੈ ਲੈਂਦੇ ਹਾਂ ਵੀ ਜਿਤਨੇ ਦਵੀਪ ਹਨ ਸੰਸਾਰ ਦੇ ਵਿੱਚ, ਜਿਹੜੇ ਕੰਟੀਨੈਂਟਸ ਹਨ, ਉਹ ਵੀ ਘਟ ਰਹੇ ਹਨ, ਉਹ ਵੀ ਨਾਸ਼ਵੰਤ ਹਨ, ਇਹ ਵੀ ਇੱਕ ਦਿਨ ਨਾਸ ਹੋਣ ਵਾਲੇ ਹਨ। ਘਟੰਤ ਰਵ ਸਸੀਰ ਨਖਯਤਰ ਗਗਨੰ। ਸੂਰਜ, ਰਵ ਰਵੀ, ਸਸੀਰ ਸ਼ਸ਼ੀ ਚੰਦਰਮਾ, ਨਖਯਤਰ ਭਾਵ ਕੇ ਤਾਰੇ, ਗਗਨੰ ਭਾਵ ਕੇ ਆਕਾਸ਼। ਸੂਰਜ, ਚੰਦ, ਤਾਰੇ ਅਤੇ ਆਕਾਸ਼ ਇਹ ਵੀ ਨਾਸ਼ਵੰਤ ਹਨ। ਘਟੰਤ ਬਸੁਧਾ ਗਿਰ ਤਰ ਸ਼ਿਖੰਡੰ। ਬਸੁਧਾ ਧਰਤੀ, ਇਹਨੂੰ ਬਸੁਧਾ ਨਹੀਂ ਪੜਨਾ, ਬਸੁਧਾ। ਧਰਤੀ ਵੀ, ਤੇ ਧਰਤੀ ਦੇ ਉੱਤੇ ਉੱਚੇ ਉੱਚੇ ਪਹਾੜ, ਸ਼ਿਖੰਡੰ ਉੱਚੀਆਂ ਚੋਟੀਆਂ ਵਾਲੇ ਪਹਾੜ, ਇਹ ਪਹਾੜ ਵੀ ਘਟਣ ਵਾਲੇ ਹਨ, ਭਾਵ ਨਾਸਵੰਤ ਹਨ। ਤੇ ਜਿਸ ਧਰਤੀ ਦੇ ਉੱਤੇ ਇਹ ਪਹਾੜ ਹਨ ਉੱਚੇ ਉੱਚੇ, ਉਹ ਧਰਤੀ ਵੀ ਨਾਸਵੰਤ ਹੈ। ਘਟੰਤ ਲਲਨਾ ਸੁਤ ਭਰਾਤ ਹੀਤੰ। ਲਲਨਾ ਕਿਹਾ ਗਿਆ ਹੈ ਵਹੁਟੀ ਨੂੰ, ਇਸਤਰੀ ਨੂੰ, ਪਤਨੀ ਨੂੰ। ਸਤਿਗੁਰੂ ਕਹਿੰਦੇ ਪਤਨੀ ਵੀ ਨਾਸ਼ਵੰਤ ਹੈ। ਘਟੰਤ ਲਲਨਾ। ਸੁਤ ਪੁੱਤਰ, ਪੁੱਤਰ ਵੀ ਨਾਸ਼ਵੰਤ ਹਨ। ਭਰਾਤ, ਭਰਾਤ ਦਾ ਭਾਵ ਹੈ ਭਰਾ, ਭਰਾ ਵੀ ਨਾਸ਼ਵੰਤ ਹਨ। ਤੇ ਹੀਤੰ ਦਾ ਭਾਵ ਹੈ ਰਿਸ਼ਤੇਦਾਰ, ਸੰਬੰਧੀ, ਸੰਬੰਧੀ ਵੀ ਨਾਸ਼ਵੰਤ ਹਨ। ਤੁਸੀਂ ਵੇਖੋ
ਅਸੀਂ ਆਖ ਦੇਵਾਂਗੇ ਅੱਜ ਕਿ ਮੇਰੇ ਕੁਝ ਸੰਬੰਧੀ, ਮੇਰੇ ਕੁਝ ਰਿਸ਼ਤੇਦਾਰ ਪਿਛਲੇ ਸਾਲ ਇਸ ਸੰਸਾਰ ਦੀ ਯਾਤਰਾ ਨੂੰ ਪੂਰਾ ਕਰਕੇ ਚਲੇ ਗਏ, ਉਹਨਾਂ ਦੀ ਮੌਤ ਹੋ ਗਈ। ਅੱਜ ਜਿਵੇਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਲਈ ਇਹ ਸ਼ਬਦ ਵਰਤਦੇ ਹਨ ਨਾ ਬਈ ਉਹ ਗੁਜ਼ਰ ਗਏ, ਇੱਕ ਦਿਨ ਕੋਈ ਸਾਡੇ ਲਈ ਵੀ ਇਹ ਸ਼ਬਦ ਵਰਤੇਗਾ ਬਈ ਮੇਰਾ ਉਹ ਰਿਸ਼ਤੇਦਾਰ ਸੀ, ਉਹ ਚਲਾ ਗਿਆ। ਇਹ ਦੁਨੀਆ ਦੀ ਅਟਲ ਸੱਚਾਈ ਜੇ ਕਿ ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਹੁਣ ਵਾਰੀ ਕਦੋਂ ਆਵੇ ਇਹ ਨਹੀਂ ਪਤਾ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਫਿਰ ਮੈਂ ਕਰਨਾ ਕੀ ਹੈ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ। ਮੈਂ ਲੋਕਾਂ ਦੇ ਜਾਣ ਤੋਂ ਬਾਅਦ ਡਰਨਾ ਨਹੀਂ, ਬਲਕਿ ਮੈਂ ਪਰਮਾਤਮਾ ਦੇ ਨਾਲ ਜੁੜਨਾ ਹੈ। ਸਤਿਗੁਰੂ ਕਹਿੰਦੇ ਸਭ ਕੁਝ ਨਾਸ਼ਵੰਤ ਹੈ। ਘਟੰਤ ਕਨਿਕ ਮਾਨਿਕ ਮਾਇਆ ਸਵਰੂਪੰ। ਕਨਿਕ ਕਹਿੰਦੇ ਹਨ ਸੋਨਾ, ਮਾਨਿਕ ਕਹਿੰਦੇ ਹਨ ਮੋਤੀ, ਜਿਹਨੂੰ ਰੂਬੀ ਕਹਿੰਦੇ ਹਨ। ਸਤਿਗੁਰੂ ਕਹਿੰਦੇ ਘਟੰਤ ਕਨਿਕ ਮਾਨਿਕ ਮਾਇਆ ਸਵਰੂਪੰ। ਇਹ ਮਾਇਆ ਦੇ ਸਰੂਪ ਹੀ ਤੇ ਹਨ ਨਾ, ਇਹ ਮਾਇਆ ਦਾ ਹੀ ਇੱਕ ਰੂਪ ਹਨ। ਸੋਨਾ, ਮੋਤੀ, ਜਵਾਹਰਾਤ, ਚਾਂਦੀ, ਹੀਰੇ, ਇਹ ਸਭ ਕੁਝ ਮਾਇਆ ਦਾ ਹੀ ਰੂਪ ਹਨ। ਸਤਿਗੁਰੂ ਆਖਦੇ ਕਹਿੰਦੇ ਇਹ ਵੀ ਘਟਣ ਵਾਲੇ ਹਨ, ਭਾਵ ਇਹ ਵੀ ਨਾਸ਼ਵੰਤ ਹਨ। ਫਿਰ ਪਾਤਸ਼ਾਹ ਤੋਂ ਸਵਾਲ ਪਾਈਏ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ, ਜੇ ਸਭ ਕੁਝ ਘਟ ਰਿਹਾ ਹੈ, ਸਭ ਕੁਝ ਨਾਸ਼ਵੰਤ ਹੈ, ਕੁਝ ਐਸਾ ਵੀ ਹੈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ? ਗੁਰੂ ਸਾਹਿਬ ਕਹਿੰਦੇ ਹਾਂ ਇੱਕ ਚੀਜ਼ ਹੈ, ਨਹ ਘਟੰਤ ਕੇਵਲ ਗੋਪਾਲ ਅਚੁੱਤ। ਜੇ ਨਹੀਂ ਘਟਦਾ ਤੇ ਕੇਵਲ ਓਨਲੀ, ਕੇਵਲ ਮੀਨਸ ਓਨਲੀ, ਗੋਪਾਲ ਅਚੁੱਤ, ਧਰਤੀ ਨੂੰ ਪਾਲਣ ਵਾਲਾ ਅਚੁੱਤ ਅਵਿਨਾਸ਼ੀ ਪਰਮਾਤਮਾ ਕਦੀ ਨਾਸ ਨਹੀਂ ਹੁੰਦਾ। ਉਹ ਸਦਾ ਹੈ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅਸਥਿਰੰ ਨਾਨਕ ਸਾਧ ਜਨ। ਅਤੇ ਹੈ ਨਾਨਕ ਉਸ ਦੇ ਸਾਧ ਜਨ, ਭਾਵ ਉਸ ਦੀ ਸਾਧ ਸੰਗਤ ਵੀ ਸਦਾ ਥਿਰ ਰਹਿਣ ਵਾਲੀ ਹੈ, ਸਦੀ ਵੀ ਹੈ। ਤੋ ਅਸਾਂ ਨੇ ਅੱਜ ਇਤਨੇ ਸ਼ਲੋਕਾਂ ਦੀ ਵਿਚਾਰ ਕਰਨੀ ਹੈ। ਮੈਂ ਫਿਰ ਇੱਕ ਵਾਰ ਬੇਨਤੀ ਕਰਾਂ ਕਿ ਆਪ ਜੀ ਬੜੀ ਇਕਾਗਰਤਾ ਦੇ ਨਾਲ ਇਹਨਾਂ ਸ਼ਲੋਕਾਂ ਦੇ ਉਚਾਰਨ, ਇਹਨਾਂ ਦੇ ਵਿਸ਼ਰਾਮਾਂ ਨੂੰ ਸਰਵਨ ਕਰੋ, ਤਾਂ ਕਿ ਅਸੀਂ ਇਹਨਾਂ ਸ਼ਲੋਕਾਂ ਦੇ ਭਾਵਾਂ ਨੂੰ, ਅਰਥਾਂ ਨੂੰ, ਵਿਸ਼ਰਾਮਾਂ ਨੂੰ ਔਰ ਉਚਾਰਨਾਂ ਨੂੰ ਸਮਝ ਸਕੀਏ। ਮੈਨੂੰ ਕੁਝ ਵੀਰਾਂ ਦੇ ਜਿਹੜੇ ਆਪ ਜੀ ਆਨਲਾਈਨ ਇਸ ਸਮੇਂ ਵੇਖ ਰਹੇ ਹੋ, ਮੈਸੇजेस ਵੀ ਆਏ ਸਨ ਕਿ ਭਾਈ ਸਾਹਿਬ ਜੀ ਸਾਡੇ ਕੁਝ ਸਵਾਲ ਹਨ, ਆਪ ਜੀ ਇਸੇ ਹੀ ਵਿਚਾਰ ਦੇ ਵਿੱਚ ਉਹਨਾਂ ਸਵਾਲਾਂ ਦੇ ਉੱਤਰ ਵੀ ਸਾਨੂੰ ਦੇ ਦਿਓ, ਤਾਂ ਕਿ ਨਾਲ ਨਾਲ ਬਾਣੀ ਵਿੱਚੋਂ ਹੀ ਉਹਨਾਂ ਸਵਾਲਾਂ ਦੇ ਜਵਾਬ ਸਾਨੂੰ ਮਿਲਦੇ ਰਹਿਣ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ, ਜਿਵੇਂ ਜਿਵੇਂ ਆਪ ਜੀ ਦੇ ਸਵਾਲਾਂ ਦੇ ਨਾਲ ਜੁੜਿਆ ਹੋਇਆ ਪ੍ਰਕਰਣ ਆਵੇਗਾ, ਜਿਵੇਂ ਇੱਕ ਵੀਰ ਜੀ ਨੇ ਪੁੱਛਿਆ ਸੀ ਸੁਰਤ, ਮਤ, ਮਨ, ਬੁੱਧ, ਇਹਦੀ ਵਿਆਖਿਆ ਕੀਤੀ ਜਾਵੇ। ਇੱਕ ਭੈਣ ਜੀ ਹਨ, ਉਹਨਾਂ ਨੇ ਪੁੱਛਿਆ ਸੀ ਆਦ, ਬਿਆਦ ਤੇ ਉਪਾਦ, ਇਹ ਤਿੰਨ ਤਾਪ ਕੀ ਹਨ, ਇਹਨਾਂ ਦੇ ਬਾਰੇ ਦੱਸਿਆ ਜਾਵੇ। ਤਾਂ ਮੈਂ ਬੇਨਤੀ ਕਰਾਂ ਕਿ ਇਹ ਸਾਰੇ ਹੀ ਸਵਾਲਾਂ ਦੇ ਉੱਤਰ ਇਸ ਸਹਿਸਕ੍ਰਿਤੀ ਸ਼ਲੋਕਾਂ ਦੇ ਇਸ ਪ੍ਰਕਰਣ ਵਿੱਚ ਸਾਨੂੰ ਮਿਲਣਗੇ। ਤੇ ਆਪ ਜੀ ਬਸ ਥੋੜ੍ਹਾ ਜਿਹਾ ਧੀਰਜ ਬਣਾ ਕੇ ਰੱਖਿਓ ਔਰ ਵਿਚਾਰ ਦੇ ਨਾਲ ਜੁੜਿਓ। ਜਿਸ ਦਿਨ ਵੀ ਆਪ ਜੀ ਦੇ ਸਵਾਲਾਂ ਦੇ ਨਾਲ ਢੁਕਵਾਂ ਪ੍ਰਸੰਗ ਆਵੇਗਾ, ਮੈਂ ਯਤਨ ਕਰਾਂਗਾ ਉਸ ਦਿਨ ਵਿਚਾਰਾਂ ਦੀ ਜਿਹੜੀ ਗਤੀ ਹੈ ਉਹਨੂੰ ਘਟਾ ਕੇ ਤੇ ਆਪ ਜੀ ਦੇ ਇਹਨਾਂ ਸਵਾਲਾਂ ਦਾ ਜਿਤਨਾ ਸਤਿਗੁਰੂ ਜੀ ਨੇ ਮਤ ਬੁੱਧੀ ਸਤਿਗੁਰੂ ਨੇ ਬਖਸ਼ੀ ਹੈ, ਆਪ ਜੀ ਦੇ ਨਾਲ ਉਹਨਾਂ ਪ੍ਰਸ਼ਨਾਂ ਦੇ ਉੱਤਰ ਸਾਂਝੇ ਕਰ ਸਕਾਂ। ਆਪ ਜਿੱਥੇ ਆਪ ਜੁੜੇ ਹੋ ਆਪਣੇ ਦੋਸਤਾਂ ਔਰ ਰਿਸ਼ਤੇਦਾਰਾਂ ਦੇ ਨਾਲ ਵੀ ਆਪ ਜੀ ਉਹਨਾਂ ਨੂੰ ਵੀ ਪ੍ਰੇਰਿਤ ਕਰੋ, ਤਾਂ ਕਿ ਵੱਧ ਤੋਂ ਵੱਧ ਆਪ ਜੀ ਇਸ ਗੁਰਬਾਣੀ ਸੰਥਿਆ ਦਾ ਘਰ ਬੈਠੇ ਹੋਏ ਲਾਭ ਉਠਾ ਸਕੋ। ਜਿਹੜੇ ਲਾਈਵ ਨਹੀਂ ਵੇਖ ਪਾ ਰਹੇ ਉਹਨਾਂ ਲਈ ਵੀ ਇੱਕ ਸੁਵਿਧਾ ਅਸਾਂ ਨੇ ਬਣਾਈ ਹੈ ਕਿ ਜੋ YouTube ਚੈਨਲ ਹੈ ਐਲੀਵੇਸ਼ਨ ਬਾਏ ਪ੍ਰਭਜਸ ਇੰਟਰਨੈਸ਼ਨਲ ਮੀਡੀਆ, ਇਹ ਰਿਕਾਰਡਿੰਗ ਉਸ ਚੈਨਲ ਦੇ ਉੱਤੇ ਵੀ ਉਪਲਬਧ ਹੈ। ਆਪ ਜੀ ਉੱਥੇ ਵੀ ਉਸ ਚੈਨਲ 'ਤੇ ਵਿਜ਼ਿਟ ਕਰਕੇ ਉਹਨੂੰ ਸਬਸਕ੍ਰਾਈਬ ਕਰਕੇ ਤੇ ਇਸ ਰਿਕਾਰਡਿੰਗ ਨੂੰ ਵਾਰ-ਵਾਰ ਵੇਖ ਸਕਦੇ ਹੋ। ਇਸ ਸਮੇਂ 'ਤੇ ਲਾਈਵ ਹੋ ਰਿਹਾ ਹੈ ਤੇ ਉੱਥੇ ਇਹਦੀ ਰਿਕਾਰਡਿੰਗ ਉਸ ਚੈਨਲ 'ਤੇ ਵੀ ਆਪ ਜੀ ਨੂੰ ਉਪਲਬਧ ਰਹੇਗੀ। ਸੋ ਇਤਨੇ ਬਚਨ ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪ ਜੀ ਨੇ ਪ੍ਰਵਾਨ ਕਰਨੇ, ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ
ਘਰਾਂ ਦੇ ਵਿੱਚ ਹੀ ਆਪ ਜੀ ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਵੋ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।